ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਵੱਲੋਂ ਐਸਐਮਸੀ ਗੁਰਮਤਿ ਕਲਾਸ ਯੂਐਸਏ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਆਪ ਸਾਰਿਆਂ ਨੂੰ ਜੀ ਆਇਆਂ। ਹਰ ਸ਼ੁੱਕਰਵਾਰ ਭਗਤ ਬਾਣੀ ਵਿੱਚੋਂ ਕੁਝ ਚੋਣਵੇਂ ਸ਼ਬਦਾਂ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ। ਰਾਮਤਰੀ ਰਾਗ ਦੇ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਅੱਜ ਦਾ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜਿਹੜਾ ਮੁੰਦਰਾ ਮੋਨ ਦਿਆ ਕਰ ਝੋਲੀ, ਪੱਤਰ ਕਾ ਕਰੋ ਵਿਚਾਰ ਰੇ, खिंथा ए तन सियो अपना, नाम करो आधार रे, ऐसा जो कमावो जोगी, जप तप संयम गुरमुख होगी। ਜਿਹਦੀ ਰਹਾਉ ਦੀ ਪੰਕਤੀ ਹੈ। ਇਸ ਸ਼ਬਦ ਦੀ ਵਿਚਾਰ ਅੱਜ ਕਰਨਗੇ ਵੀਰ ਤੇਜਿੰਦਰ ਸਿੰਘ ਜੀ। ਬੇਨਤੀ ਕਰ ਰਿਹਾ ਵੀਰ ਤੇਜਿੰਦਰ ਸਿੰਘ ਜੀ, ਕਿਰਪਾ ਕਰੋ ਅੱਜ ਦੀ ਵਿਚਾਰ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੀ ਗੁਰਮਤਿ ਕਲਾਸ ਯੂਐਸਏ ਦੇ ਵਿੱਚ ਦੇਸ਼ ਵਿਦੇਸ਼ਾਂ ਤੋਂ ਜੁੜੇ ਹੋਏ ਵੀਰ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਅੱਜ ਦੀ ਸ਼ਬਦ ਵਿਚਾਰ ਨੂੰ ਆਰੰਭ ਕਰਨ ਦੀ ਆਪ ਪਾਸੋਂ ਦੋ ਹੱਥ ਜੋੜ ਕੇ ਅਸੀਸ ਮੰਗਦਾ ਹਾਂ। ਅੱਜ ਦਾ ਜੋ ਸ਼ਬਦ ਹੈ ਭਗਤ ਕਬੀਰ ਜੀ ਦਾ ਰਾਮਕਲੀ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 970 ਦੇ ਉੱਪਰ ਸੁਭਾਇਮਾਨ ਹੈ। ਆਓ ਇਸ ਸ਼ਬਦ ਦੇ ਪਹਿਲਾ ਪਾਠ ਕਰ ਲਈਏ, ਉਸ ਤੋਂ ਬਾਅਦ ਫਿਰ ਇਸ ਦੀ ਅੱਗੋਂ ਵਿਚਾਰ ਵੱਲ ਵਧਾਂਗੇ। ਸ਼ਬਦ ਇਸ ਪ੍ਰਕਾਰ ਹੈ। ਮੁੰਦਰਾ ਮੋਨ ਦਇਆ ਕਰ ਝੋਲੀ, ਪਤਰਕਾ ਕਰੋ ਵਿਚਾਰ ਰੇ, ਖਿੰਥਾ ਏ ਤਨ ਸਿਓ ਆਪਣਾ, ਨਾਮ ਕਰੋ ਆਧਾਰ ਰੇ, ਐਸਾ ਜੋਗ ਕਮਾਵੋ ਜੋਗੀ, ਜਪ ਤਪ ਸੰਜਮ ਗੁਰਮੁਖ ਭੋਗੀ। ਰਹਾਓ ਬੁੱਧ ਵਿਭੂਤ ਚੜਾਵੋ ਆਪਣੀ, ਸਿੰਘੀ ਸੁਰਤ ਮਿਲਾਈ, ਕਰ ਬੈਰਾਗ ਫਿਰੋ ਤਨ ਨਗਰੀ, ਮਨ ਕੀ ਕਿੰਗਰੀ ਬਜਾਈ। ਪੰਜ ਤਤ ਲੈ ਹਿਰਦੈ ਰਾਖੋ, ਰਹਿ ਨਿਰਾਲਮ ਤਾੜੀ, ਕਹਿਤ ਕਬੀਰ ਸੁਨੋ ਰੇ ਸੰਤੋ, ਧਰਮ ਦਇਆ ਕਰ ਬੜੀ। ਪੰਜ ਤਤ ਲੈ ਹਿਰਦੈ ਰਾਖੋ, ਰਹਿ ਨਿਰਾਲਮ ਤਾੜੀ, ਕਹਿਤ ਕਬੀਰ ਸੁਨੋ ਰੇ ਸੰਤੋ, ਧਰਮ ਦਇਆ ਕਰ ਬੜੀ। ਆਓ ਇਸ ਸ਼ਬਦ ਦੇ ਸਭ ਤੋਂ ਪਹਿਲਾਂ ਜੋ ਔਖੇ ਸ਼ਬਦ ਹਨ ਉਹਨਾਂ ਵੱਲ ਇੱਕ ਝਾਤ ਮਾਰ ਲਈਏ। ਮੁੰਦਰਾ ਮੋਨ ਦਇਆ ਕਰ ਝੋਲੀ, ਪੱਤਰਕਾ ਕਰੋ ਵਿਚਾਰ ਰੇ। ਮੈਂ ਇੱਥੇ ਬੇਨਤੀ ਕਰਾਂ ਕਿ ਡਾਕਟਰ ਸਾਹਿਬ ਸਿੰਘ ਰਾਣੇ ਜਿਹੜੇ ਇੱਥੇ ਮੂਲ ਪਾਠ ਦੇ ਅੰਦਰ ਪੱਤਰ ਔਰ ਕਾ ਅਲੱਗ ਲਿਖੇ ਨੇ, ਉਹਨਾਂ ਨੇ ਇਸ ਨੂੰ ਇਕੱਠਾ ਕਰਕੇ ਤੇ ਇਸ ਦੇ ਅਰਥ ਕੀਤੇ ਹਨ ਸੋਹਣਾ ਖੱਪਰ। ਤੋਂ ਮੁੰਦਰਾ ਦਾ ਭਾਵ ਹੈ ਕਿ ਜਿਹੜੀਆਂ ਕੰਨ ਵਿੱਚ ਜੋਗੀ ਕੰਨ ਪਾੜ ਕੇ ਮੁੰਦਰਾ ਪਾਉਂਦੇ ਹਨ, ਔਰ ਇਸ ਤੋਂ ਬਾਅਦ ਹੈ ਕਿ ਮਨ ਦੀ ਸ਼ਾਂਤੀ, ਇਸ ਨੂੰ ਕਿਹਾ ਗਿਆ ਮੌਨ। ਮੌਨ ਦੇ ਅਰਥ ਹਨ ਮਨ ਦੀ ਸ਼ਾਂਤੀ। ਝੋਲੀ ਤੋਂ ਭਾਵ ਹੈ ਜਿਸ ਵਿੱਚ ਜੋਗੀ ਘਰ ਘਰ ਜਾ ਕੇ ਜੋ ਮੰਗਦੇ ਹਨ, ਜੋ ਦਾਲ ਸੀਦਾ ਉਹਨਾਂ ਨੂੰ ਮਿਲਦਾ, ਉਹਦੇ ਵਿੱਚ ਪਾਉਂਦੇ ਹਨ। ਔਰ ਪੱਤਰਕਾ ਦੇ ਅਰਥ ਮੈਂ ਆਪ ਜੀ ਨਾਲ ਸਾਂਝੇ ਕੀਤੇ ਹਨ, ਸੋਹਣਾ ਖੱਪਰ। ਹੇ ਜੋਗੀ ਤੋਂ ਭਾਵ ਹੈ ਸੰਬੋਧਨ ਹੈ ਜੋਗੀ ਨੂੰ। ਖਿੰਥਾ ਇਹ ਤਨ ਸਿਓ ਆਪਣਾ, ਨਾਮ ਕਰੋ ਆਧਾਰ ਰੇ। ਖਿੰਥਾ ਤੋਂ ਭਾਵ ਹੈ ਗੋਦੜੀ,
ਇਹ ਤਨ ਸਿਓ ਮੈਨੇ ਇਸ ਸਰੀਰ ਨੂੰ ਸਿਉਂਦਾ ਹਾਂ, ਵਿਕਾਰਾਂ ਵੱਲੋਂ ਬਚਾਈ ਰੱਖਦਾ ਹਾਂ। ਐਸਾ ਜੋਗ ਕਮਾਵੋ ਜੋਗੀ। ਰਹਾਉ ਦੀ ਜੋ ਪੰਕਤੀ ਹੈ ਉਹਦੇ 'ਚ ਇਹ ਪੰਕਤੀ ਹੈ, ਐਸਾ ਜੋਗ ਕਮਾਵੋ ਜੋਗੀ, ਜਪ ਤਪ ਸੰਜਮ ਗੁਰਮੁਖ ਭੋਗੀ। तो जोगी तो भाव है हे जोगी, संबोधन है। और गुरमुख तो भाव है कखे नु सियारी है, गुरु दे सन्मुख होकर के। भोगी जो है वो जोगी ਦੇ ਆਪੋਜ਼ਿਟ ਹੈ। ਜੋਗੀ ਜਿਹੜਾ ਹੈ ਉਹ ਗ੍ਰਸਤ ਨੂੰ ਤਿਆਗਦਾ ਹੈ, ਤੇ ਭੋਗੀ ਜਿਹੜਾ ਹੈ ਉਹ ਗ੍ਰਸਤ ਦੇ ਵਿੱਚ ਰਹਿ ਕਰਕੇ ਆਪਣੇ ਸੰਸਾਰ ਨੂੰ ਕਾਰ ਵਿਹਾਰ ਕਰਦਾ ਹੋਇਆ ਇੱਥੇ ਆਪਣਾ ਸਮਾਂ ਜਿਹੜਾ ਹੈ ਜੀਵਨ ਬਤੀਤ ਕਰਦਾ ਹੈ। ਤੋਂ ਇੱਥੇ ਭੋਗੀ ਦਾ ਮਤਲਬ ਹੈ ਜੋ ਗ੍ਰਸਤੀ ਹੈ। ਬੁੱਧ ਵਿਭੂਤ ਚੜਾਵੋ ਆਪਣੀ, ਸਿੰਘੀ ਸੁਰਤ ਮਿਲਾਈ। ਵਿਭੂਤ ਦਾ ਭਾਵ ਹੈ ਸੁਆਹ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਜਦੋਂ ਅਗਨ ਜਲਾਉਂਦੇ ਹਨ, ਹਵਨ ਵਗੈਰਾ ਕਰਦੇ ਹਨ, ਤੇ ਉਹਦੇ ਵਿੱਚ ਜੋ ਸੁਆਹ ਬਚਦੀ ਹੈ ਉਸ ਨੂੰ ਆਪਣੇ ਸਾਰੇ ਸਰੀਰ ਦੇ ਉੱਪਰ ਉਹ ਮਲ ਲੈਂਦੇ ਹਨ। ਸਿੰਘੀ ਤੋਂ ਭਾਵ ਹੈ ਛੋਟਾ ਜਿਹਾ ਸਿੰਘ ਜੋ ਜੋਗੀ ਵਜਾਉਂਦੇ ਹਨ। ਅਗਲੀ ਪੰਕਤੀ ਹੈ, ਕਰ ਬੈਰਾਗ ਫਿਰੋ ਤਨ ਨਗਰੀ, ਮਨ ਕੀ ਕਿੰਗਰੀ ਬਜਾਈ। ਤੋ ਕਿੰਗਰੀ ਦਾ ਭਾਵ ਹੈ ਛੋਟੀ ਜਿਹੀ ਕਿੰਗ, ਜਿਸ ਨੂੰ ਜੋਗੀ ਜਿਹੜੇ ਹਨ ਉਹ ਵਜਾਉਂਦੇ ਹਨ। ਪੰਜ ਤਤ ਲੈ ਹਿਰਦੇ ਰਾਖੋ, ਰਹਿ ਨਿਰਾਲਮ ਤਾੜੀ। ਕਿ ਇੱਥੇ ਪੰਜ ਤਤ ਜੋ ਹੈ, ਤੱਤੇ ਨੂੰ ਤੱਤੇ, ਤਤ ਦੇ ਤੱਤਾ ਔਂਕੜ ਹੈ, ਇੱਕ ਵਚਨ ਨਾਉ ਹੈ। ਤੋ ਇਹਦਾ ਭਾਵ ਹੈ ਕਿ ਪੰਜਾਂ ਤੱਤਾਂ ਦਾ ਮੂਲ ਪਰਮਾਤਮਾ, ਜਿਹੜਾ ਪੰਜਾਂ ਤੱਤਾਂ ਨੂੰ ਬਣਾਉਣ ਵਾਲਾ ਮੂਲ ਕਾਰਨ ਹੈ, ਉਹ ਪ੍ਰਭੂ ਹੈ। ਤੋ ਨਿਰਾਲਮ ਤੋਂ ਭਾਵ ਹੈ ਕਿ ਬਿਨਾਂ ਕਿਸੇ ਬਾਹਰਲੇ ਆਸਰੇ ਦੇ ਜੋ ਇੱਕ ਟੱਕ ਜਿਹੜਾ ਹੈ ਲਗਾਤਾਰ ਜੋ ਹੈ ਉਹ ਟਿਕਾ ਹੁੰਦਾ ਹੈ, ਉਸ ਨੂੰ ਕਹਿੰਦੇ ਨਿਰਾਲਮ। ਤਾੜੀ ਤੋਂ ਭਾਵ ਹੈ ਸਮਾਧੀ, ਤੇ ਬਾੜੀ ਤੋਂ ਭਾਵ ਹੈ ਬਗੀਚੀ। ਤੋ ਇਹ ਜੋ ਮੁਸ਼ਕਲ ਲਫ਼ਜ਼ ਹਨ, ਇਸ ਦਾ ਮੈਂ ਆਪ ਜੀ ਨਾਲ ਵਿਚਾਰ ਸਾਂਝਾ ਕੀਤਾ ਹੈ। ਤੋ ਆਓ ਹੁਣ ਇਸ ਦੇ ਭਾਵ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇਹ ਦੇਖੋ, ਅਸੀਂ ਇਹ ਸਮਝੀਏ ਕਿ ਉਪਦੇਸ਼ ਜਿਹੜਾ ਹੈ ਭਗਤ ਕਬੀਰ ਜੀ ਦਾ ਜੋਗੀਆਂ ਦੇ ਨਾਲ ਵਾਹ ਪੈਂਦਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਦਾ ਵੀ ਜੋਗੀਆਂ ਨਾਲ ਵਾਹ ਪਿਆ ਹੈ, ਬਾਕੀ ਗੁਰੂਆਂ ਦਾ ਵੀ ਜੋਗੀਆਂ ਦੇ ਨਾਲ ਵਾਹ ਪਿਆ ਹੈ। ਤੋ ਉਹ ਜੋਗੀ ਦੀ ਅਗਰ ਕੋਈ ਪਿਕਚਰ ਬਣਾਉਣੀ ਹੋਵੇ ਤੇ ਉਹ ਇਸ ਤਰ੍ਹਾਂ ਹੋਏਗੀ ਕਿ ਉਹਨੇ ਕੰਨ ਦੇ ਪਾਟੇ ਹੋਣਗੇ, ਕੰਨ ਤੇ ਉਹਦੇ ਚ ਮੁੰਦਰਾਂ ਪਾਈਆਂ ਹੋਣਗੀਆਂ, ਤੇ ਇੱਕ ਉਹਨੇ ਹੱਥ ਦੇ ਵਿੱਚ ਖੱਪਰ ਫੜਿਆ ਹੋਏਗਾ, ਤੇ ਇੱਕ ਉਹਦੇ ਕੋਲ ਦਾਨ ਪ੍ਰਾਪਤ ਕਰਨ ਵਾਸਤੇ ਜਿਹੜਾ ਹੈ ਉਹ ਝੋਲੀ ਗਲੇ ਵਿੱਚ ਪਾਈ ਹੋਏਗੀ ਉਸਨੇ, ਜਿਹਦੇ ਚ ਉਹ ਚੀਜ਼ਾਂ ਜਿਹੜੀਆਂ ਇਕੱਠੀਆਂ ਕਰਕੇ ਉਹ ਪਾਉਂਦਾ ਹੈ ਝੋਲੀ ਦੇ ਵਿੱਚ। ਤੋ ਉਸ ਨੂੰ ਗੋਦੜੀ ਵੀ ਕਹਿੰਦੇ ਹਨ। ਤੋ ਇਹ ਗੱਲ ਹੈ ਕਿ ਜੋਗੀ ਦਾ ਇਹ ਜੋ ਪਿਕਚਰ ਹੈ, ਇਹ ਉਸ ਨੂੰ ਸਾਹਮਣੇ ਦੇਖਦਿਆਂ ਹੀ ਜੋਗੀ ਨੂੰ ਇਹ ਪਛਾਣ ਉਸ ਦੀ ਹੋ ਜਾਂਦੀ ਹੈ। ਖਿੰਤਾ ਇਹ ਤਨਸੀਓ ਆਪਣਾ ਨਾਮ ਕਰੋ ਆਧਾਰੇ। ਕਿ ਖਿੰਤਾ ਤੋਂ ਭਾਵ ਹੈ ਕਿ ਇਹ ਜੋ ਤੂੰ ਗੋਦੜੀ ਪਾਈ ਹੋਈ ਹੈ ਆਪਣੇ ਇਸ ਗਲੇ ਦੇ ਵਿੱਚ, ਮੈਂ ਵੀ ਤੇਰੇ ਵਾਂਗ ਇੱਕ ਜੋਗੀ ਹਾਂ, ਕਬੀਰ ਸਾਹਿਬ ਕਹਿ ਰਹੇ ਹਨ, ਪਰ ਮੈਂ ਆਪਣੇ ਸਰੀਰ ਨੂੰ ਵਿਕਾਰਾਂ ਵੱਲੋਂ ਬਚਾਉਂਦਾ ਹਾਂ। ਇਹ ਮੇਰੀ ਗੋਦੜੀ ਹੈ, ਜਿਹਦੀ ਜਿਹੜੀ ਸੀਤੀ ਹੋਈ ਹੈ ਮੈਂ ਆਪਣੇ ਮਨ ਦੇ ਨਾਲ। हे ਜੋਗੀ, ਮੈਂ ਪ੍ਰਭੂ ਦੇ ਨਾਮ ਨੂੰ ਆਪਣੀ ਜਿੰਦ ਦਾ ਆਸਰਾ ਬਣਾਇਆ ਹੋਇਆ ਹੈ, ਕਿ ਇਹ ਹੀ ਜਿਹੜਾ ਹੈ ਪ੍ਰਭੂ ਦਾ ਨਾਮ ਮੈਂ ਜਪਦਾ ਹਾਂ, ਤੇ ਇਹ ਹੀ ਮੇਰਾ ਆਸਰਾ ਹੈ, ਜਿਸ ਦੇ ਸਹਾਰੇ ਮੈਂ ਆਪਣੇ ਜੀਵਨ ਨੂੰ ਬਤੀਤ ਕਰਦਾ ਹਾਂ। ਤੇ ਇਹੀ ਮੇਰਾ ਸੁਆਹ ਦਾ ਬਟੂਆ ਹੈ, ਜਿਹੜੇ ਇੱਕ ਬਟੂਆ ਵੀ ਰੱਖਦੇ ਹਨ ਜਿਹਦੇ ਅੰਦਰ ਉਹ ਸੁਆਹ ਇਕੱਠੀ ਕਰਕੇ ਆਪਣੇ ਕੋਲ ਰੱਖਦੇ ਹਨ। ਤੋ ਰਹਾਉ ਦੀ ਪੰਕਤੀ ਦੇ ਅੰਦਰ ਇਹੀ ਜੋ ਕਬੀਰ ਸਾਹਿਬ ਜੀ ਸਾਨੂੰ ਕਹਿ ਰਹੇ ਹਨ, ਜੋਗੀ ਨੂੰ ਸੰਬੋਧਨ ਕਰ ਰਹੇ ਹਨ ਕਿ हे ਜੋਗੀ, ਐਸਾ ਜੋਗ ਕਮਾਵੋ ਜੋਗੀ। हे ਜੋਗੀ, ਤੂੰ ਐਸਾ ਜੋਗ ਕਮਾ, ਕਿਸ ਤਰ੍ਹਾਂ ਦਾ? ਕਿ ਜਪ ਤਪ ਸੰਜਮ ਗੁਰਮੁਖ ਭੋਗੀ। ਰਹਾਉ ਕਿ ਗ੍ਰਸਤ ਵਿੱਚ ਰਹਿੰਦੇ ਹੋਏ, ਭਾਵ ਭੋਗੀ ਤੋਂ ਭਾਵ ਹੈ ਗ੍ਰਸਤ ਦੇ ਵਿੱਚ ਰਹਿੰਦੇ ਹੋਏ ਹੀ ਸਤਿਗੁਰ ਦੇ ਸਨਮੁਖ ਰਹੋ। ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਜੋ ਹੈ ਉਹ ਜਪ ਹੈ, ਤੇ ਇਹੀ ਤਪ ਹੈ, ਤੇ ਇਹੀ ਸੰਜਮ ਹੈ। ਭਾਵ ਕਿ ਕਬੀਰ ਸਾਹਿਬ ਨੇ ਇਸ ਸ਼ਬਦ ਦੇ ਰਹਾਉ ਦੀ ਪੰਕਤੀ ਵਿੱਚ ਬੜਾ ਗਹਿਰਾ ਜਿਹੜਾ ਹੈ ਉਹ ਸੰਦੇਸ਼ ਦਿੱਤਾ ਹੈ ਕਿ ਜਿਹੜਾ ਜੋਗੀ ਆਪਣਾ ਸਾਰਾ ਜਨਮ ਜਿਹੜਾ ਹੈ, ਸਾਰਾ ਉਮਰ ਜਿਹੜੀ ਹੈ, ਉਹ ਇਹਨਾਂ ਕਰਮਕਾਂਡ ਦੇ ਵਿੱਚ ਬਚਾਉਂਦਾ ਹੈ। ਜਪ ਕਰਦਾ ਹੈ, ਤਪ ਧੂਣੀਆਂ ਕਰਦਾ ਹੈ, ਔਰ ਗ੍ਰਸਤੀ ਨਹੀਂ ਹੁੰਦਾ, ਗ੍ਰਸਤ ਤਿਆਗਦਾ ਹੈ, ਹੋਰ ਕਈ ਤਰੀਕੇ ਦੇ ਸੰਜਮ ਕਰਦਾ ਹੈ।
ਤਾਂ ਕਬੀਰ ਸਾਹਿਬ ਨੇ ਕਿਹਾ ਹੈ ਕਿ ਗ੍ਰਸਥੀ ਵਿੱਚ ਰਹਿੰਦੇ ਹੋਏ ਹੀ ਸਤਿਗੁਰ ਦੇ ਸਨਮੁਖ, ਆਪ ਸਤਿਗੁਰ ਤੋਂ ਉਪਦੇਸ਼ ਲੈ ਕਰਕੇ, ਤੇ ਤੂੰ ਅਗਰ ਉਸ ਗੁਰੂ ਦੇ ਦੱਸੇ ਹੋਏ ਰਸਤੇ ਉੱਪਰ ਤੂੰ ਤੁਰੇਗਾ, ਤੇ ਇਹੀ ਤਪ ਹੈ, ਤੇ ਇਹੀ ਸੰਜਮ ਹੈ, ਤੇ ਇਹੀ ਜਪ ਹੈ। ਤੋ ਇਹ ਮੇਨ ਜੋ ਰਹਾਉ ਦੀ ਪੰਕਤੀ ਵਿੱਚ ਅੱਜ ਜੋਗੀ ਨੂੰ ਉਪਦੇਸ਼ ਦੇ ਰਹੇ ਹਨ, ਇਹ ਸਾਡੇ ਸਾਰਿਆਂ ਵਾਸਤੇ ਹੀ ਉਪਦੇਸ਼ ਹੈ। ਤੇ ਫਿਰ ਉਹ ਅੱਗੇ ਕਹਿ ਰਹੇ ਨੇ ਕਿ ਬੁੱਧ ਵਿਭੂਤ ਚੜਾਵੋ ਆਪਣੀ। ਉਹ ਆਪਣੀ ਜਿਹੜੀ ਬੁੱਧੀ ਹੈ, ਬੁੱਧੀ ਨੂੰ ਕਹਿ ਰਹੇ ਹਨ ਕਿ ਆਪਣੀ ਬੁੱਧੀ ਨੂੰ ਮੈਂ ਉੱਪਰ ਟਿਕਾਣੇ ਪ੍ਰਭੂ ਦੇ ਚਰਨਾਂ ਵਿੱਚ ਲਗਾਈ ਰੱਖਦਾ ਹਾਂ। ਉਹ ਆਪਣੀ ਬੁੱਧੀ ਨੂੰ ਜਿਹੜੀ ਹੈ ਉਹ ਸਵਾਸਾਂ ਦੇ ਰਾਹੀਂ ਉਹ ਆਪਣੇ 10ਵੇਂ ਦੁਆਰ ਦੇ ਵਿੱਚ ਟਿਕਾਣ ਦੀ ਕੋਸ਼ਿਸ਼ ਕਰਦੇ ਹਨ। ਤੇ ਕਬੀਰ ਸਾਹਿਬ ਕਹਿ ਰਹੇ ਹਨ ਕਿ ਮੈਂ ਆਪਣੀ ਜਿਹੜੀ ਬਿਰਤੀ ਹੈ, ਮੈਂ ਆਪਣੀ ਜਿਹੜੀ ਅਕਲ ਹੈ, ਉਸ ਨੂੰ ਗੁਰੂ ਦੇ ਪਿੱਛੇ ਲਾਇਆ ਹੋਇਆ ਹੈ, ਤੇ ਮੈਂ ਉਹਦੇ ਚਰਨਾਂ ਵਿੱਚ ਸਮਰਪਿਤ ਹਾਂ। ਮੈਂ ਉੱਥੇ ਆਪਣੀ ਬਿਰਤੀ ਨੂੰ, ਮਨ ਨੂੰ ਟਿਕਾਇਆ ਹੋਇਆ ਹੈ, ਤੇ ਇਹ ਉਹਦੇ ਉੱਪਰ ਹੀ ਸਮਝੋ ਕਿ ਮੇਰੀ ਬਿਰਤੀ ਜਿਹੜੀ ਹੈ ਉਹ ਉੱਪਰ ਚੜੀ ਹੈ। ਫਿਰ ਇਹ ਪਿੰਡ ਉੱਤੇ ਸੁਆਹ ਮਲੀ ਹੋਈ ਹੈ। ਇਸ ਨੂੰ ਸਮਝੋ ਕਿ ਜਿਹੜੀ ਤੁਸੀਂ ਆਪਣੇ ਪਿੰਡੇ ਉੱਤੇ ਸੁਆਹ ਮਲੀ ਹੋਈ ਹੈ, ਉਹ ਮੈਂ ਆਪਣੀ ਸੁਰਤ ਨੂੰ ਪ੍ਰਭੂ ਵੀ ਜੋ ਜੋੜਿਆ ਹੈ, ਉਹ ਪਿੰਡੇ ਦੇ ਉੱਪਰ ਸੁਆਹ ਪਾ, ਮੇਰਾ ਸਾਰਾ ਸਰੀਰ ਜਿਹੜਾ ਹੈ ਉਹ ਪਰਮਾਤਮਾ ਨੂੰ, ਗੁਰੂ ਨੂੰ ਸਮਰਪਿਤ ਹੈ। ਮੈਂ ਆਪਣੇ ਮਨ ਦੀ ਸੁਰਤ ਨੂੰ ਪ੍ਰਭੂ ਚਰਨਾਂ ਵਿੱਚ ਜੋੜਿਆ ਹੈ, ਇਹੀ ਮੇਰੀ ਸਿੰਗੀ ਹੈ। ਤੋ ਬੁੱਧ ਵਿਭੂਤ ਚੜਾਵੋ ਆਪਣੀ ਸਿੰਗੀ ਸੁਰਤ ਮਿਲਾਈ। ਇਹ ਜੋ ਸਿੰਗੀ ਵਜਾਨਾ ਹੈ ਤੂੰ, ਇਹ ਮੇਰੀ ਸੁਰਤ ਜਿਹੜੀ ਹੈ ਪ੍ਰਭੂ ਦੇ ਚਰਨਾਂ ਵਿੱਚ ਟਿਕੀ ਹੋਈ ਹੈ, ਮੇਰੇ ਵਾਸਤੇ ਇਹੀ ਸਿੰਗੀ ਵਜਾਉਣੀ ਹੈ। ਕਰ ਬੈਰਾਗ ਫਿਰੋਂ ਤਨ ਨਗਰੀ, ਮਨ ਕੀ ਕਿੰਗਰੀ ਬਜਾਈ। ਕਰ ਬੈਰਾਗ ਭਾਵ ਮਾਇਆ ਵੱਲੋਂ ਮੈਂ ਉਪਰਾਮ ਹਾਂ। ਤੂੰ ਤੇ ਘਰ-ਬਾਰ ਛੱਡ ਕੇ ਹੀ ਆ ਗਿਆ ਹੈ ਸਾਰਾ ਕੁਝ, ਪਰ ਤੂੰ ਛੱਡ ਕੇ ਤੇ ਆ ਗਿਆ ਹੈ, ਲੇਕਿਨ ਤੇਰੇ ਅੰਦਰ ਮਾਇਆ ਦਾ ਪ੍ਰਭਾਵ ਹਾਲੀ ਵੀ ਹੈ। ਜਿਵੇਂ ਗੁਰਵਾਕ ਹੈ ਕਿ ਦੇਸ਼ ਛੋੜ ਪ੍ਰਦੇਸੇ ਧਾਇਆ, ਪੰਜ ਚੰਡਾਲ ਨਾਲ ਲੈ ਆਇਆ। ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਤੇਰੇ ਮਨ ਵਿੱਚ ਹੀ ਹਨ, ਪਰ ਮੈਂ ਗ੍ਰਸਥ ਦਾ ਤਿਆਗ ਨਹੀਂ ਕੀਤਾ। ਮਾਇਆ ਵੱਲੋਂ ਮੈਂ ਉਪਰਾਮ ਹੋ ਗਿਆ। ਮੇਰੀ ਹੁਣ ਸੋਚ ਸ਼ਕਤੀ ਦੇ ਵਿੱਚ, ਮੇਰੇ ਬੋਲਾਂ ਵਿੱਚ ਔਰ ਮੇਰੇ ਕਰਮਾਂ ਦੇ ਵਿੱਚ ਮਾਇਆ ਦਾ ਕੋਈ ਵੀ ਅਸਰ ਨਹੀਂ ਹੈ, ਪਰ ਮੈਂ ਆਪਣੇ ਹੀ ਸਰੀਰ ਰੂਪ ਨਗਰ ਵਿੱਚ ਫਿਰਦਾ ਹਾਂ। ਭਾਵ ਮੈਂ ਆਪਣੇ ਸਰੀਰ ਦੀ ਖੋਜ ਕਰਦਾ ਹਾਂ, ਮੈਂ ਆਪਣੇ ਮਨ ਦੀ ਹੀ ਕਿੰਗੀ ਵਜਾਉਂਦਾ ਹਾਂ। ਭਾਵ ਮਨ ਵਿੱਚ ਪ੍ਰਭੂ ਦੀ ਲਗਨ ਲਗਾਈ ਰੱਖਦਾ ਹਾਂ। ਤੇ ਇਹ ਸਿੱਧਾ ਉਪਦੇਸ਼ ਜਿਹੜਾ ਜੋਗੀ ਨੂੰ ਹੈ ਕਿ ਭਾਈ ਇਹ ਜੋ ਤੂੰ ਵਾਧੂ ਦੀਆਂ ਚੀਜ਼ਾਂ ਆਪਣੇ ਕੋਲ ਰੱਖੀਆਂ ਹੋਈਆਂ ਹਨ, ਇਹਨਾਂ ਦਾ ਕੋਈ ਫਾਇਦਾ ਨਹੀਂ ਹੈ ਰੱਖਣ ਦਾ। ਇਸ ਨਾਲੋਂ ਚੰਗਾ ਤੇ ਇਹ ਹੈ ਕਿ ਤੂੰ ਆਪਣੀ ਸੁਰਤ ਨੂੰ ਉੱਚਾ ਕਰਕੇ ਰੱਖ, ਤੇ ਉਹ ਉੱਚੀ ਸੁਰਤ ਦੇ ਆਸਰੇ ਤੂੰ ਆਪਣੇ ਜੀਵਨ ਦੇ ਵਿੱਚ ਸੁਧਾਰ ਲਿਆ ਸਕਦਾ ਹੈ, ਆਪਣੇ ਮਨ ਦੇ ਵਿੱਚੋਂ ਮਾਇਆ ਦਾ ਪ੍ਰਭਾਵ ਹਟਾ ਸਕਦਾ ਹੈ, ਆਪਣੇ ਮਨ ਨੂੰ ਤੂੰ ਟਿਕਾ ਸਕਦਾ ਹੈ। ਕਿ ਤੂੰ ਮਨ ਨੂੰ ਟਿਕਾਉਣ ਵਾਸਤੇ ਤੂੰ ਸ਼ਰਾਬ ਪੀਣਾ ਹੈ ਜੋ ਸਮਾਧੀ ਲਗਾਉਣ ਤੋਂ ਪਹਿਲਾਂ, ਜਾਂ ਹੋਰ ਕਈ ਪ੍ਰਕਾਰ ਦੇ ਤੂੰ ਨਸ਼ੇ ਕਰਦਾ ਹੈ ਕਿ ਤਾਂ ਕਿ ਤੇਰਾ ਸੁਰਤ ਜਿਹੜੀ ਹੈ ਉਹ ਕਿਤੇ ਟਿਕੀ ਰਵੇ, ਲੇਕਿਨ ਉਹ ਇੱਕ ਨਸ਼ੇ ਦਾ ਪ੍ਰਭਾਵ ਹੈ, ਉਹ ਤੇਰੀ ਸੁਰਤ ਟਿਕਣੀ ਨਹੀਂ ਹੈ। ਤੋ ਪੰਜ ਤੱਤ ਲੈ ਹਿਰਦੇ ਰੱਖੋ। ਉਹ ਪ੍ਰਭੂ ਦੀ ਗੱਲ ਜਿਹੜੀ ਇੱਥੇ ਆ ਰਹੀ ਹੈ। ਪੰਜ ਤੱਤ ਤੋਂ ਭਾਵ ਹੈ ਜੋ ਪੰਜਾਂ ਤੱਤਾਂ ਦਾ ਕਾਰਨ ਹੈ, ਜਿਸ ਨੇ ਪੰਜ ਤੱਤ ਜਿਹੜੇ ਹਨ ਉਹ ਬਣਾਏ ਹਨ, ਜਿਹੜਾ ਉਸ ਦਾ ਮਾਲਕ ਹੈ, ਮੂਲ ਕਾਰਨ ਪ੍ਰਭੂ ਹੈ ਪੰਜਾਂ ਤੱਤਾਂ ਦਾ। ਉਸ ਨੂੰ ਮੈਂ ਆਪਣੇ ਹਿਰਦੇ ਵਿੱਚ ਰੱਖਿਆ ਹੈ। ਭਾਵ ਪ੍ਰਭੂ ਦਾ ਨਾਮ ਮੈਂ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੋਇਆ ਹੈ। ਰਹੇ ਨਿਰਾਲਮ ਤਾੜੀ। ਨਿਰਾਲਮ ਤੋਂ ਭਾਵ ਹੈ ਜਿਹੜੀ ਕਿ ਡਿਸਟਰਬਡ ਨਹੀਂ ਹੁੰਦੀ ਹੈ, ਇੱਕ ਟਕ ਲਗਾਤਾਰ ਉਹ ਮੇਰੀ ਸਮਾਧੀ ਭਾਵ ਸੁਰਤ ਮੇਰੀ ਉਹ ਪ੍ਰਭੂ ਦੇ ਚਰਨਾਂ ਦੇ ਵਿੱਚ ਟਿਕੀ ਹੋਈ ਹੈ। ਤਾਂ ਮੇਰਾ ਮਨ ਜਿਹੜਾ ਹੁਣ ਇੱਧਰ ਉੱਧਰ ਮਾਇਆ ਵਾਲੇ ਪਾਸੇ ਭਟਕਦਾ ਨਹੀਂ ਹੈ, ਦੁਨਿਆਵੀ ਪਦਾਰਥਾਂ ਦੇ ਵਿੱਚ ਖਚਤ ਨਹੀਂ ਹੁੰਦਾ। ਤੋ ਕਹਿਤ ਕਬੀਰ ਸੁਨੋ ਰੇ ਸੰਤੋ, ਧਰਮ ਦਇਆ ਕਰ ਵਾਲੀ। ਤੋ ਇਹ ਜੋ ਉੱਪਰ ਦੀਆਂ ਗੱਲਾਂ ਜਿਹੜੀਆਂ ਕਬੀਰ ਸਾਹਿਬ ਨੇ ਸਾਨੂੰ ਸਮਝਾਈਆਂ ਹਨ, ਉਹਦੇ ਸਾਨੂੰ ਕਹਿੰਦੇ ਹਨ, ਕਬੀਰ ਆਖਦਾ ਹੈ ਕਿ ਹੇ ਸੰਤ ਜਨੋ, ਪ੍ਰਭੂ ਚਰਨਾਂ ਵਿੱਚ ਜੁੜ ਕੇ ਆਪਣੇ ਅੰਦਰ ਸਤ, ਸੰਤੋਖ, ਦਇਆ, ਧਰਮ ਤੇ ਧੀਰਜ ਪੈਦਾ ਕਰੋ, ਤੇ ਇਸ ਤਰ੍ਹਾਂ ਧਰਮ ਤੇ ਦਇਆ ਦੀ ਆਪਣੇ ਮਨ ਵਿੱਚ ਸੋਹਣੀ ਬਗੀਚੀ ਬਣਾਓ। ਭਾਵੇਂ ਜਿਵੇਂ ਗੁਲਦਸਤਾ ਬਣਦਾ ਹੈ, ਤੋ ਆਪਣੇ ਮਨ ਵਿੱਚ ਇਹ ਜੋ ਦੇਵੀ ਗੁਣ ਹਨ, ਜਿਹੜੇ ਸਤ, ਸੰਤੋਖ, ਦਇਆ, ਧਰਮ, ਧੀਰਜ ਹਨ, ਇਹ ਦਇਆ ਜਿਹੜੀ ਹੈ ਔਰ ਧਰਮ ਜਿਹੜਾ ਹੈ, ਇਸ ਨੂੰ ਇਕੱਠਾ ਕਰ ਆਪਣੇ ਮਨ ਦੇ ਜੀਵਨ ਦੇ ਵਿੱਚ ਖੁਸ਼ਬੂ ਲਿਆ, ਤੇ ਇਸ ਤਰੀਕੇ ਨਾਲ ਇਹ ਸੋਹਣੀ ਬਾੜੀ ਜਿਹੜੀ ਹੈ ਉਹ ਤੇਰੇ ਮਨ ਦੇ ਵਿੱਚ ਆਏਗੀ। ਤੋ ਇਹ ਜੋ
ਸੰਕੇਤਕ ਚੀਜ਼ਾਂ ਜਿਹੜੀਆਂ ਇਸ ਸ਼ਬਦ ਦੇ ਵਿੱਚ ਕਬੀਰ ਸਾਹਿਬ ਨੇ ਸਾਨੂੰ ਦੱਸੀਆਂ ਹਨ, ਉਹਨਾਂ ਦੇ ਵਿੱਚੋਂ ਅਸੀਂ ਬਾਣੀ ਦੇ ਵਿੱਚੋਂ ਦੇਖਦੇ ਹਾਂ ਕਿ ਹੋਰ ਸਾਨੂੰ ਕਿੱਥੇ ਗੁਰੂ ਸਾਹਿਬ ਨੂੰ ਵੀ ਪੁੱਛਾਂਗੇ ਅਸੀਂ, ਤੇ ਹੋਰ ਵੀ ਪਾਸਿਓਂ ਪਤਾ ਲੱਗੇ ਕਿ ਜੋ ਵਿਚਾਰ ਕਬੀਰ ਸਾਹਿਬ ਨੇ ਸਾਨੂੰ ਦਿੱਤੇ ਹਨ ਉਹਨਾਂ ਦਾ ਹੋਰ ਵੀ ਵਰਣਨ ਗੁਰਬਾਣੀ ਦੇ ਵਿੱਚ ਹੈ, ਤਾਂ ਕਿ ਸਾਡੇ ਵਿਚਾਰ ਜਿਹੜੇ ਅਸੀਂ ਕੀਤੇ ਹਨ ਉਹ ਸਾਡੇ ਮਨ ਦੇ ਵਿੱਚ ਪੱਕੇ ਹੋ ਜਾਣ। ਤੋ ਸੂਹੀ ਮਹੱਲਾ ਪਹਿਲਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ 730 ਪੰਨੇ ਦੇ ਉੱਪਰ ਇਹ ਬੜੇ ਅਮੋਲਕ ਬੋਲ ਦਿੱਤੇ ਹਨ। ਜੋਗ ਨਾ ਖਿੰਥਾ, ਜੋਗ ਨਾ ਡੰਡੇ, ਜੋਗ ਨਾ ਭਸਮ ਚੜਾਈਏ। ਭਾਵ ਗੋਦੜੀ ਪਹਿਨ ਲੈਣ ਨਾਲ ਪਰਮਾਤਮਾ ਨਾਲ ਮਿਲਾਪ ਦਾ ਸਾਧਨ ਨਹੀਂ ਹੈ। ਡੰਡਾ ਹੱਥ ਵਿੱਚ ਫੜ ਲਿਆ ਹਰੀ ਮੇਲ ਨਹੀਂ ਹੋ ਸਕਦਾ। ਜੇ ਸਰੀਰ ਉੱਤੇ ਸਵਾਹ ਮਲ ਲਈਏ ਤਾਂ ਵੀ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ ਹੈ। ਤੇ ਇਹ ਯੋਗ ਸਾਧਨਾ ਦਾ ਅਭਿਆਸ, ਜੇ ਪਰਮਾਤਮਾ ਨਾਲ ਮਿਲਾਪ ਯੋਗ ਸਾਧਨਾ ਕਰਕੇ ਯੋਗ ਸਿੱਧ ਆਸਨ 84 ਇਹ ਵੀ ਕਰ ਰਿਹਾ। ਵੱਡੀ ਆਰਜਾ ਫਿਰ ਜਨਮੇ ਹਾਰਸਿਓ ਸੰਗ ਨਾਲ ਹੈ ਕਿ ਹਰੀ ਦੇ ਨਾਲ ਸੰਗ ਨਹੀਂ ਪ੍ਰਾਪਤ ਹੋ ਸਕਦਾ। ਹਾਂ, ਇਹ ਜ਼ਰੂਰ ਹੋ ਸਕਦਾ ਹੈ ਕਿ ਯੋਗ ਕਰਨ ਦੇ ਨਾਲ ਸਰੀਰ ਤੁਹਾਡਾ ਆਰੋਗ ਹੋ ਸਕਦਾ ਹੈ, ਹੈਲਦੀ ਹੋ ਸਕਦਾ ਹੈ, ਉਮਰ ਜਿਹੜੀ ਹੈ ਲੰਮੀ ਹੋ ਸਕਦੀ ਹੈ, ਲੇਕਿਨ ਇਹ ਪਰਮਾਤਮਾ ਦੇ ਨਾਲ ਮਿਲਾਪ ਦਾ ਸਾਧਨ ਨਹੀਂ ਹੈ। ਤੋ ਇਸ ਕਰਕੇ ਇਹ ਜੋ ਗੋਦੜੀ ਹੈ, ਜੇ ਡੰਡੇ ਹੱਥ ਵਿੱਚ ਫੜੇ ਹਨ, ਇਹਨਾਂ ਨੂੰ ਤੂੰ ਤਿਆਗ ਦੇ, ਇਹਦਾ ਕੋਈ ਫਾਇਦਾ ਨਹੀਂ ਹੈ। ਇਹ ਸਿਰਫ ਲੋਕ ਦਿਖਾਵਾ ਹਨ, ਇਹਦੇ ਨਾਲ ਹਰੀ ਦੇ ਨਾਲ ਮੇਲ ਨਹੀਂ ਹੋ ਸਕਦਾ ਹੈ। ਫਿਰ ਅੱਗੋਂ ਸਾਨੂੰ ਦੱਸਦੇ ਹਨ ਕਿ ਮੁੰਦਰਾ ਦੀ ਗੱਲ ਹੈ, ਜੋ ਪਹਿਲੇ ਬੰਦ ਵਿੱਚ ਮੁੰਦਰਾ ਦੀ ਗੱਲ ਦੱਸੀ ਹੈ ਕਿ ਜੋਗ ਨਾ ਮੁੰਦੀ ਮੂੰਡ ਮੁੰਡਾਈ ਹੈ, ਜੋਗ ਨਾ ਸਿੰਗੀ ਵਾਈ ਹੈ, ਕਿ ਕੰਨਾਂ ਵਿੱਚ ਮੁੰਦਰਾ ਪਾ ਕੇ ਰੱਬ ਦਾ ਮੇਲ ਨਹੀਂ ਹੁੰਦਾ। ਯੋਗੀ ਇਹ ਸਮਝਦਾ ਹੈ ਕਿ ਮੈਂ ਆਪਣੇ ਮਨ ਦੇ ਵਿੱਚ ਜਿਹੜੀਆਂ ਮੁੰਦਰਾ ਪਾਈਆਂ ਹਨ, ਇਸੇ ਕਰਕੇ ਕਬੀਰ ਸਾਹਿਬ ਨੇ ਕਿਹਾ ਕਿ ਮੁੰਦਰਾ ਮੌਣ, ਭਾਵ ਆਪਣੇ ਮਨ ਨੂੰ ਤੂੰ ਸ਼ਾਂਤ ਕਰ, ਇਹੀ ਤੇਰੇ ਵਾਸਤੇ ਮੁੰਦਰਾ ਹਨ। ਤੇ ਦਇਆ ਆਪਣੇ ਅੰਦਰ ਧਾਰੀ ਕਰ, ਇਹੀ ਤੇਰੇ ਵਾਸਤੇ ਝੋਲੀ ਹੈ। ਤੇ ਪੱਤਰਕਾ ਕਰੋ ਵਿਚਾਰ, ਕਿ ਜਿਹੜਾ ਆਪਣੇ ਵਿਚਾਰ ਕਰਨਾ ਹੈ ਗੁਰੂ ਦੀ ਗੱਲ ਦਾ, ਇਹੀ ਤੇਰੇ ਵਾਸਤੇ ਸਭ ਤੋਂ ਵਧੀਆ ਜਿਹੜਾ ਹੈ ਸਾਧਨ ਹੈ। ਤੇ ਉਹਦੇ ਨਾਲ ਵਿਚਾਰ ਕਰਕੇ ਤੇਰੇ ਮਨ ਦੇ ਅੰਦਰ ਜਿਹੜੀ ਹੈ ਨਿਮਰਤਾ ਆਏਗੀ, ਤੇ ਇਹ ਪ੍ਰਭੂ ਦੇ ਗੁਣਾਂ ਦੀ ਵਿਚਾਰ ਨੂੰ ਆਪਣਾ ਸੋਹਣਾ ਜਿਹੜਾ ਹੈ ਉਹ ਖੱਪਰ ਬਣਾ ਕਿ ਉਹਦੇ ਵਿੱਚ ਪ੍ਰਭੂ ਦੇ ਵਿਚਾਰ ਜਿਹੜੀ ਹੈ ਉਹ ਆਪਣੂ ਮਨ ਦੇ ਵਿੱਚ ਤੂੰ ਧਾਰਨ ਕਰ। ਤੋ ਕੰਨਾਂ ਵਿੱਚ ਮੁੰਦਰਾ ਪਾਇਆ ਰੱਬ ਦਾ ਮੇਲ ਨਹੀਂ। ਜੇ ਸਿਰ ਮੁੰਡਾ ਲਈਏ ਤਾਂ ਵੀ ਪ੍ਰਭੂ ਦਾ ਮਿਲਾਪ ਨਹੀਂ ਹੋ ਸਕਦਾ। ਕਈ ਤੇ ਜੋਗੀ ਜਿਹੜੇ ਹਨ ਉਹ ਜਟਾਵਾਂ ਲੰਮੀਆਂ ਰੱਖਦੇ ਹਨ, ਤੇ ਕਈ ਜਿਹੜੇ ਹਨ ਉਹ ਘਰੜ ਮਣੂ ਕਰ ਰਹੇ। ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜੇ ਜੈਨੀ ਮੁਨੀ ਹਨ ਉਹ ਆਪਣੇ ਬਿਲਕੁਲ ਕਰੜ ਮਨਾ ਲੈਂਦੇ ਹਨ, ਇੱਕ ਵੀ ਵਾਲ ਨਹੀਂ ਛੱਡਦੇ ਆਪਣੇ ਸਿਰ ਦੇ ਉੱਤੇ। ਤੋਂ ਕਹਿ ਰਹੇ ਨੇ ਕਿ ਭਾਵੇਂ ਤੂੰ ਸਿਰ ਮੁੰਡਾ ਲੈ ਤੇ ਭਾਵੇਂ ਤੂੰ ਲੰਮੀਆਂ ਜੜਾਵਾਂ ਰੱਖ ਲੈ, ਔਰ ਭਾਵੇਂ ਤੂੰ ਉਸ ਨਾਲ ਪ੍ਰਭੂ ਦਾ ਮਿਲਾਪ ਨਹੀਂ ਹੋਣਾ ਹੈ। ਤੂੰ ਸਮਝਦਾ ਕਿ ਤੇਰੇ ਹੱਥ ਵਿੱਚ ਜਿਹੜੀ ਤੂੰ ਸਿੰਗੀ ਫੜੀ ਹੋਈ ਹੈ, ਇਹਨੂੰ ਤੂੰ ਮਿਲਾਏਗਾ ਤੇ ਇਹਦੇ ਨਾਲ ਤੈਨੂੰ ਯੋਗ ਸਿੱਧ ਨਹੀਂ ਹੋ ਜਾਣਾ। ਭਾਵ ਤੂੰ ਪਰਮਾਤਮਾ ਦੇ ਨਾਲ ਤੇਰਾ ਮਿਲਾਪ ਨਹੀਂ ਹੋਣਾ। ਯੋਗ ਦਾ ਮਤਲਬ ਹੈ ਯੋਗ ਹੋਣਾ, ਐਲੀਜੀਬਲ ਹੋਣਾ, ਪਰਮਾਤਮਾ ਦੇ ਯੋਗ ਬਣਨਾ। ਤੋ ਇਸ ਤਰੀਕੇ ਨਾਲ ਇਹਨਾਂ ਮੁੰਦਰਾ ਪਾਉਣ ਦੇ ਨਾਲ ਜਾਂ ਸਿਰ ਨੂੰ ਮਨਾਉਣ ਦੇ ਨਾਲ, ਤੇ ਹੇ ਜੋਗੀ ਸਿੰਗੀਆਂ ਵਜਾਉਣ ਦੇ ਨਾਲ ਤੇਰਾ ਪ੍ਰਭੂ ਦੇ ਨਾਲ ਮੇਲ ਨਹੀਂ ਹੋ ਸਕਦਾ। ਮਿਲਾਪ ਹੋਏਗਾ ਕਿਵੇਂ? ਇੱਕੋ ਤਰੀਕਾ ਹੈ ਕਿ ਪਰਮਾਤਮਾ ਨਾਲ ਮਿਲਾਪ ਦਾ ਢੰਗ ਇਸ ਤਰ੍ਹਾਂ ਹਾਸਲ ਹੁੰਦਾ ਹੈ ਕਿ ਮਾਇਆ ਦੇ ਮੋਹ ਦੀ ਕਾਲਕ ਵਿੱਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿੱਚ ਜੁੜੀਏ। ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗਤ ਐਂ ਪਾਈਏ। ਅੰਜਨ ਭਾਵ ਕਾਲਕ, ਸੁਰਮਾ ਮਾਇਆ ਦੇ ਮੋਹ ਦੀ ਕਾਲਕ, ਨਿਰੰਜਨ ਮੈਨੇ ਨਿਰੰਜਨ ਵਿੱਚ ਉਸ ਪਰਮਾਤਮਾ ਵਿੱਚ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ। ਇਹੀ ਤਰੀਕਾ ਹੈ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ। ਤੋ ਧੰਨ ਗੁਰੂ ਨਾਨਕ ਪਾਤਸ਼ਾਹ ਸੂਹੀ ਰਾਗ ਵਿੱਚ ਸਾਨੂੰ ਫਰਮਾ ਰਹੇ ਹਨ ਕਿ ਗੱਲੀ ਜੋਗ ਨਾ ਹੋਈ, ਨਿਰੀਆਂ ਗੱਲਾਂ ਕਰਨ ਦੇ ਨਾਲ ਪ੍ਰਭੂ ਦਾ ਮਿਲਾਪ ਪ੍ਰਾਪਤ ਨਹੀਂ ਹੁੰਦਾ। ਨਿਰੀਆਂ ਗੱਲਾਂ ਕਰਨ ਨਾਲ ਜੋਗੀ ਨਹੀਂ ਬਣਿਆ ਜਾ ਸਕਦਾ। ਤੋ ਪਰਮਾਤਮਾ ਨੂੰ ਅਗਰ ਪ੍ਰਾਪਤ ਕਰਨਾ ਹੈ ਤੋ ਇੱਕ ਦ੍ਰਿਸ਼ਟ ਕਰ ਸੰਸਰ ਜਾਣੇ, ਜੋਗੀ ਕਈ ਐਸ ਹੋਈ, ਕਿ ਉਹ ਮਨੁੱਖ ਜੋਗੀ ਅਖਵਾ ਸਕਦਾ ਹੈ। ਕੌਣ ਅਖਵਾ ਸਕਦਾ ਹੈ? ਜੋ ਇੱਕੋ ਜਿਹੀ ਨਿਗਾਹ ਨਾਲ ਸਭ ਜੀਵਾਂ ਨੂੰ ਬਰਾਬਰ ਤੇ ਇਨਸਾਨ ਸਮਝੇ। ਇਹ ਇੱਕ ਬਹੁਤ ਉੱਚੀ ਅਵਸਥਾ ਹੈ ਜਿਹਦੇ 'ਚ ਗੁਰਬਾਣੀ 'ਚ ਆਇਆ ਕਿ ਪਰਮਾਤਮਾ ਸਾਰਿਆਂ ਦੇ ਅੰਦਰ ਵਸਦਾ ਹੈ। ਜੇ ਪਰਮਾਤਮਾ ਸਾਰੇ ਦੇ ਅੰਦਰ ਵਸਦਾ ਹੈ
ਤੇ ਫਿਰ ਉਹਦੇ ਨਾਲ ਸਾਨੂੰ ਸਾਰੇ ਜੀਆਂ ਨਾਲ ਆਪਸ ਵਿੱਚ ਮਿਲਾਪ ਰੱਖਣਾ ਪਏਗਾ ਕਿ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਤੇ ਇੱਕ ਦ੍ਰਿਸ਼ ਦਾ ਇਹ ਮਤਲਬ ਹੈਗਾ ਕਿ ਕਿਸੇ ਨੂੰ ਚੰਗਾ ਜਾਂ ਕਿਸੇ ਨੂੰ ਮਾੜਾ, ਦੋ ਦ੍ਰਿਸ਼ਟੀ ਨਹੀਂ ਹੋਣਾ ਚਾਹੀਦੀ। ਸਭੇ ਸਾਂਝੀ ਵਾਲ ਸਦਾਇਣ, ਤੂੰ ਕਿਸੇ ਨਾ ਦਿਸੇ ਬਾਹਰਾ ਜਿਓ, ਕਿ ਤੂੰ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਦਾ ਹੈ। ਤੇ ਜਿਹੜਾ ਜਿਹੜਾ ਉਸ ਮਾਰਗ ਤੇ ਚੱਲੇਗਾ ਉਸ ਦਾ ਵੀ ਇਹੀ ਫਰਜ਼ ਹੈ ਕਿ ਉਹ ਵੀ ਸਾਰੀ ਮਨੁੱਖ ਮਾਤਰ ਨੂੰ ਇੱਕ ਪਰਮਾਤਮਾ ਦੀ ਸੰਤਾਨ ਸਮਝ ਕੇ ਆਪਣੇ ਭੈਣ ਭਰਾ ਸਮਝੇ ਕਿ ਤੂੰ ਮੇਰਾ ਗੁਰੂ ਹਾਈ, ਕਿ ਤੂੰ ਮੇਰਾ ਗੁਰੂ ਭਰਾ ਹੈ। ਤੋ ਐਸੀ ਅਵਸਥਾ ਜਿਹੜੀ ਹੈ ਉਹ ਇੱਕ ਦ੍ਰਿਸ਼ਟੀ ਜਿਹੜੀ ਹੈ ਕਾਇਮ ਕਰਨ ਦੀ ਗੱਲ ਜੋਗੀ ਨੂੰ ਕਹੀ ਗਈ ਹੈ। ਉਸ ਨੂੰ ਅਸੀਂ ਜੋਗੀ ਕਹਿ ਸਕਦੇ ਹਾਂ। ਉਹ ਪਰਮਾਤਮਾ ਦੇ ਮਿਲਣ ਦੇ ਜਿਹੜਾ ਹੈ ਮੁਤਾਬਕ ਬਣ ਸਕਦਾ ਹੈ, ਜਿਸ ਦੀ ਕਿ ਨਿਗਾਹ ਨਾਲ ਸਭ ਜੀਵਾਂ ਨੂੰ ਬਰਾਬਰ ਦੇ ਇਨਸਾਨ ਸਮਝੇ। ਜੋਗ ਨਾ ਬਾਹਰ ਮੜੀ ਮਸਾਣੀ। ਹੁਣ ਜੋਗੀ ਜਿਹੜਾ ਹੈ ਉਹ ਆਪਣੇ ਘਰ-ਬਾਰ ਦਾ ਤਿਆਗ ਕਰਕੇ ਕੀ ਕਰਦਾ ਕਿ ਬਾਹਰ ਮਸਾਣਾ ਵਿੱਚ ਜਾ ਕੇ ਬਹਿ ਜਾਂਦਾ, ਜਿੱਥੇ ਮੁਰਦੇ ਸਾੜੀ ਦੇ ਨੇ ਉੱਥੇ ਜਾ ਕੇ ਬੈਠ ਜਾਂਦਾ ਤੇ ਉੱਥੇ ਜਾ ਕਰਕੇ ਆਪਣੀ ਸੁਰਤੀ ਨੂੰ ਟਿਕਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਸਮਝਦਾ ਵੀ ਜਿੱਥੇ ਹੁਣ ਕਿਤੇ ਮੁਰਦੇ ਸਾੜੇ ਜਾਂਦੇ ਨੇ ਉੱਥੇ ਆਮ ਸੰਸਾਰੀ ਚ ਬੰਦੇ ਤੇ ਜਾਂਦੇ ਹੀ ਨਹੀਂ, ਕਿਸੇ ਮੁਰਦੇ ਨੂੰ ਸਾੜਨ ਵਾਸਤੇ ਜਾਂਦੇ ਆ ਨਾ। ਤੇ ਉਹ ਸੰਸਾਰ ਦੇ ਮੋਹ ਨੂੰ ਸਮਝਦੇ ਨੇ ਕਿ ਅਸੀਂ ਤਿਆਗ ਦਿੱਤਾ ਹੈ, ਜਦੋਂ ਉਹ ਮਸਾਨਾ ਦੇ ਵਿੱਚ ਜਾ ਕਰਕੇ ਕ੍ਰਿਮੇਸ਼ਨ ਗਰਾਊਂਡ ਦੇ ਵਿੱਚ ਜਾ ਕਰਕੇ ਬੈਠਦੇ ਨੇ। ਜੋਰ ਨਾ ਬਾਹਰ ਮੜੀ ਮਸਾਣੀ, ਜੋਰ ਨਾ ਤਾੜੀ ਲਾਈਏ, ਕਿ ਘਰੋਂ ਬਾਹਰ ਮੜੀਆਂ ਵਿੱਚ ਮਸਾਨਾ ਵਿੱਚ ਰਿਹਾ ਪ੍ਰਭੂ ਮੇਲ ਨਹੀਂ ਹੁੰਦਾ। ਸਮਾਧੀਆਂ ਲਾਇਆ ਵੀ ਰੱਬ ਨਹੀਂ ਮਿਲਦਾ। ਜਿਵੇਂ ਮੈਂ ਅੱਗੇ ਬੇਨਤੀ ਕੀਤੀ ਹੈ ਕਿ ਸਮਾਧੀ ਲਗਾਉਣ ਤੋਂ ਪਹਿਲਾਂ दारू ਨਸ਼ਾ ਕਰ ਲੈਣਾ ਤੇ ਉਸ ਨਸ਼ੇ ਦੇ ਵਿੱਚ ਸਮਝਣਾ ਕਿ ਮੇਰੀ ਬੜੀ ਉੱਚੀ ਮੇਰੀ ਸੁਰਤੀ ਜਿਹੜੀ ਹੈ ਉਹ ਹੋ ਗਈ ਹੈ। ਫਿਰ ਹੋਰ ਗੱਲਾਂ ਜੋਗੀ ਜੋ ਕਰਦਾ ਹੈ ਉਹਦੇ ਬਾਰੇ ਵੀ ਆਪਾਂ ਵਿਚਾਰ ਕਰੀਏ ਕਿ ਜੋਗੀ ਕੀ ਕਰਦਾ ਹੈ ਕਿ ਜਿਹੜਾ ਆਪਣੇ ਤੀਰਥਾਂ ਦੇ ਵਿੱਚ ਭ੍ਰਮਣ ਕਰੇਗਾ, ਕਦੇ ਕਿਤੇ ਜਗ੍ਹਾ ਤੇ ਚਲਾ ਗਿਆ, ਕਦੇ ਕਿਸੇ ਧਰਮਸ਼ਾਲਾ 'ਚ ਠਹਿਰ ਗਿਆ, ਕਦੀ ਕਿਸੇ ਦਰ ਤੇ ਮੰਗਣ ਚਲੇ ਗਏ, ਤੋ ਕਿਸੇ ਤੀਰਥ ਜਾ ਕੇ ਇਸ਼ਨਾਨ ਕਰਨ ਲੱਗ ਪਏ, ਉੱਥੇ ਆਪ ਸਮਝਿਆ ਕਿ ਮੇਰਾ ਜੀਵਨ ਜਿਹੜਾ ਪਵਿੱਤਰ ਹੋ ਜਾਏਗਾ। ਤੇ ਸਤਿਗੁਰੂ ਕਹਿ ਰਹੇ ਹਨ ਕਿ ਜੋਗ ਨਾ ਦੇਸ ਦਸੰਤਰ ਭਵੀਐ, ਜੋਗ ਨਾ ਤੀਰਥ ਨਾਈਐ, ਕਿ ਜੇ ਦੇਸ਼ ਪ੍ਰਦੇਸ਼ ਵਿੱਚ ਫਿਰਦੇ ਭਰੀਏ ਫਿਰਦੇ ਰਹੀਏ ਤਾਂ ਵੀ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ। ਤੀਰਥ ਉੱਤੇ ਇਸ਼ਨਾਨ ਕੀਤਿਆਂ ਵੀ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਜੋਗੀ। ਤੋ ਅੰਜਨ ਮਹਿ ਨਿਰੰਜਨ ਰਹੀ ਹੈ, ਜੋਗ ਜੁਗਤ ਇਹ ਪਾਈਏ। ਪਰਮਾਤਮਾ ਨਾਲ ਮਿਲਾਪ ਦਾ ਢੰਗ ਸਿਰਫ ਇਸ ਤਰ੍ਹਾਂ ਹੀ ਆਉਂਦਾ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿੱਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿੱਚ ਜੁੜੇ ਰਹੀਏ। ਭਾਵ ਇਸ ਸੰਸਾਰ ਨੂੰ ਤਿਆਗਣ ਦੀ ਲੋੜ ਨਹੀਂ ਹੈ। ਇਹ ਸੰਸਾਰ ਜਿਹੜਾ ਹੈ, ਸੰਸਾਰ ਦੇ ਵਿੱਚ ਹੀ ਨਿਰੰਕਾਰ ਵਸਦਾ ਹੈ। ਸੰਸਾਰ ਦੇ ਵਿੱਚ ਕਾਹੇ ਰੇ ਬਣ ਖੋਜਣ ਜਾਈ, ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕਿ ਬਣਾ ਦੇ ਵਿੱਚ ਉਸ ਪ੍ਰਭੂ ਨੂੰ ਲੱਭਣ ਵਾਸਤੇ ਕਿਉਂ ਜਾਣਾ ਹੈ। ਸਰਬ ਨਿਵਾਸੀ ਸਦਾ ਅਲੇਪਾ ਤੂੰ ਹੀ ਸੰਗ ਸਮਾਈ, ਉਹ ਤੇਰੇ ਅੰਦਰ ਹੀ ਹੈ। ਕਾਹੇ ਰੇ ਬਣ ਖੋਜਣ ਜਾਈ, ਬਾਹਰ ਜੰਗਲਾਂ ਦੇ ਵਿੱਚ ਕਿਉਂ ਜਾਣਾ ਹੈ। ਬਣੇ ਬਸੇ ਕਿਉਂ ਪਾਈਏ, ਜੋ ਲੋ ਮਨੇ ਨਾ ਤਜੇ ਵਿਕਾਰ, ਜੈ ਬ੍ਰਨ ਘਰ ਸੰਸਰ ਕੀਆ ਤੇ ਪੂਰੇ ਸੰਸਾਰ। ਕਿ ਜਿਨ੍ਹਾਂ ਨੇ ਆਪਣੇ ਘਰ ਦੇ ਅੰਦਰ ਬੈਠ ਕਰਕੇ ਹੀ ਉਹ ਇਕਾਗਰਤਾ ਹਾਸਲ ਕਰ ਲਈ ਹੈ, ਜਿਹਦੇ ਵਾਸਤੇ ਜੰਗਲ ਔਰ ਘਰ ਉਹ ਕੋਈ ਅਲੱਗ ਨਹੀਂ ਹਨ। ਉਹ ਉੱਥੇ ਵੀ ਪ੍ਰਭੂ ਦੇ ਨਾਲ ਜੁੜਿਆ ਹੋਇਆ, ਘਰ ਵਿੱਚ ਵੀ ਤੇ ਬਾਹਰ ਵੀ ਜਾਂਦਾ ਤੇ ਉੱਥੇ ਵੀ ਪ੍ਰਭੂ ਦੇ ਨਾਲ ਉਹ ਜੁੜਿਆ ਹੋਇਆ। ਤੋ ਅੰਜਨ ਮਾਇ ਨਿਰੰਜਨ ਰਹੀ ਹੈ, ਜੋਗ ਜੁਗਤ ਜੋਗ ਜੋ ਪਰਮਾਤਮਾ ਨੂੰ ਮਿਲਣ ਦੀ ਜੁਗਤੀ ਜੋ ਹੈ ਉਹ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਦੱਸੀ ਹੈ ਕਿ ਅੰਜਨ ਮਾਇ ਨਿਰੰਜਨ ਰਹੀ ਹੈ, ਜੋਗ ਜੁਗਤ ਇਵ ਪਾਈਏ। ਇਸ ਤਰੀਕੇ ਨਾਲ ਉਸ ਨਿਰਲੇਪ ਪ੍ਰਭੂ ਦੇ ਨਾਲ ਜਿਹੜਾ ਹੈ ਮਿਲਾਪ ਹੋ ਸਕਦਾ ਹੈ। ਫਿਰ ਸਤਿਗੁਰ ਭੇਟੇ ਤਾਂ ਸਹਿਸਾ ਟੂਟੇ, ਤਾਵਤ ਵਰਜ ਰਿਹਾਈ ਹੈ। ਜੋਗੀ ਕਿਉਂ ਬਾਹਰ ਜਾਂਦਾ ਹੈ ਕਿ ਉਹਦਾ ਮਨ ਗ੍ਰਸਥ ਦੇ ਵਿੱਚ ਟਿਕਦਾ ਨਹੀਂ ਹੈ। ਉਹ ਮਾਇਆ ਗ੍ਰਸਥ ਦੇ ਵਿੱਚ ਉਸਦੀ ਬਿਰਤੀ ਜਿਹੜੀ ਹੈ ਉਹ ਖਿੰਡਦੀ ਹੈ। ਉਹ ਕਹਿੰਦਾ ਕਰੀ ਕਿਉਂ ਛੱਡਦੇ ਨੇ ਗ੍ਰਸਥ ਨੂੰ, ਕਿ ਕਦੀ ਕੋਈ ਬੱਚਾ ਆ ਗਿਆ, ਕਦੀ ਕੋਈ ਲੜਕੀ ਆ ਗਈ, ਕਦੀ ਕੋਈ ਹੋਰ ਲੈਣ ਵਾਲਾ ਦੇਣ ਵਾਲਾ ਆ ਗਿਆ, ਹੋਰ ਕੋਈ ਜ਼ਿੰਮੇਵਾਰੀ ਕਰਨ ਵਾਲਾ ਕੰਮ ਆ ਗਿਆ। ਤੇ ਉਹ ਕਹਿੰਦਾ ਵੀ ਇਹ ਨਾ ਮੇਰੀ ਡਿਸਟਰੈਕਸ਼ਨ ਹੁੰਦੀ ਹੈ। ਤੋ ਇਸ ਡਿਸਟਰੈਕਸ਼ਨ ਨੂੰ ਜਿਹੜੀ ਆਪਣਾ ਮਨ ਹੁਣ ਦਾ ਭਜਦਾ ਹੈ ਤੇ ਮਨ ਨੂੰ ਰੋਕਣ ਵਾਸਤੇ ਉਹ ਮਨ ਮਾਰਨ ਕਾਰਨ ਬਣ ਜਾਈਏ, ਕਿ ਮਨ ਨੂੰ ਮਾਰਨ ਵਾਸਤੇ, ਮਨ ਨੂੰ ਕੰਟਰੋਲ ਕਰਨ ਵਾਸਤੇ ਉਹ ਬਣਾ ਵੀ ਜਾਂਦਾ ਹੈ ਤੇ ਉੱਥੇ ਉਹਦਾ ਮਨ ਕੰਟਰੋਲ ਨਹੀਂ ਹੋਣਾ। ਤੇ ਸਤਿਗੁਰ ਬਖਸ਼ਿਸ਼ ਕਰ ਰਹੇ ਹਨ ਕਿ ਸਤਿਗੁਰ ਭੇਟੈ ਤਾਂ ਸਹਿਸਾ ਟੂਟੇ, ਕਿ ਤੇਰੇ ਜਿਹੜੇ ਮਨ ਦੇ ਅੰਦਰ ਸਹਿਸਾ ਹੈ, ਸਹਿਸੇ ਜੀਉ ਮਲੀਨ ਹੈ, ਕਿ ਸੰਜਮ ਧੋਤਾ ਜਾਏ। ਗੁਰੂ ਅਮਰਦਾਸ ਪਾਤਸ਼ਾਹ ਜੀ
संशय से जियो मलिन है, कि संयम तो होता जाए, मन तो वो शब्द लागो, हासो रहो चित लाए, कह नानक गुर प्रसादी सहज उपजे। ਇਹ ਸਹਿਸਾ ਇਹ ਜਾਏ। ਤੋ ਸਹਿਸਾ ਅਗਰ ਮਨ ਦੇ ਵਿੱਚ ਹੈ, ਉਹ ਅਗਰ ਜਾਏਗਾ, ਕਿਉਂ ਜਾਏਗਾ? ਸਤਿਗੁਰ ਦੇ ਨਾਲ ਜੁੜਨ ਵਾਸਤੇ, ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਦੇ ਨਾਲ ਸਹਿਜ ਉਪਜੇਗਾ, ਮਨ ਦੇ ਵਿੱਚ ਟਿਕਾ ਹੋਏਗਾ, ਤਾਂ ਇਹ ਸਹਿਸਾ ਜਿਹੜਾ ਹੈ ਉਹ ਮਨ ਵਿੱਚੋਂ ਨਿਕਲੇਗਾ, ਤੇ ਮਨ ਜਿਹੜਾ ਮਲੀਨ ਹੈ ਉਹ ਸਵੱਛ ਹੋ ਜਾਏਗਾ। ਤੋ ਸਤਿਗੁਰ ਭੇਟੇ ਤਾਂ ਸਹਿਸਾ ਟੂਟੇ, ਧਾਵਤ ਵਰਜ ਰਿਹਾਈਏ। ਤੋ ਇਸ ਤਰੀਕੇ ਨਾਲ ਮਨ ਜਿਹੜਾ ਭਟਕ ਰਿਹਾ ਹੈ, ਉਸ ਨੂੰ ਅਸੀਂ ਇਸ ਤਰੀਕੇ ਨਾਲ ਰੋਕ ਸਕਦੇ ਹਾਂ। ਇਹ ਗੱਲ ਸਤਿਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਦੱਸ ਰਹੇ ਹਨ। ਨਿਜਰ ਚਰੇ ਸਹਿਜ ਧੁਨ ਲਾਗੈ, ਕਾਰੀ ਪਰਚਾ ਪਾਈਐ, ਕਿ ਮਨ ਵਿੱਚ ਪ੍ਰਭੂ ਦੇ ਅੰਮ੍ਰਿਤ ਨਾਮ ਦਾ ਚਸ਼ਮਾ ਚੱਲ ਰਿਹਾ ਹੈ। ਭਾਵ ਅੰਤਰਗਤ ਤੀਰਥ ਮਾਲਾ, ਕਿ ਅੰਦਰ ਹੀ ਅੰਤਰਕੋਟ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਐ ਪਨਹਾਰੀ, ਕਿ ਜਿਹਨੇ ਅੰਮ੍ਰਿਤ ਦਾ ਛਕਣਾ ਹੈ, ਉਹ ਅੰਮ੍ਰਿਤ ਦਾ ਖੂਹ ਤਾਂ ਅੰਦਰ ਹੀ ਹੈ। ਉਹ ਗੁਰੂ ਦੇ ਸ਼ਬਦ ਦੇ ਰਾਹੀਂ ਉਹ ਪੀਣ ਵਾਲੀ ਜਿਹੜੀ ਹੈ, ਪਾਣੀ ਕੱਢਣ ਵਾਲੀ ਜੀਵ ਇਸਤਰੀ ਹੈ, ਉਹ ਅੰਦਰੋਂ ਹੀ ਪਾਣੀ ਜਿਹੜਾ ਹੈ ਉਹ ਕੱਢ ਲੈਂਦੀ ਹੈ ਤੇ ਆਪਣੀ ਪਿਆਸ ਬੁਝਾ ਲੈਂਦੀ ਹੈ। ਨਿਜਰ ਚਰੈ, ਨਿਜਰ ਭਾਵ ਹੈ ਚਸ਼ਮਾ ਚੱਲ ਰਿਹਾ ਲਗਾਤਾਰ। ਚਰੈ ਮੈਨੇ ਚੱਲ ਪੈਂਦਾ, ਵਹਿਣ ਲੱਗ ਪੈਂਦਾ ਹੈ। ਸਹਿਜ ਅਡੋਲਤਾ, ਅਡੋਲ ਅਵਸਥਾ ਵਿੱਚ ਮਨ ਵਿੱਚ ਪ੍ਰਭੂ ਦੇ ਅੰਮ੍ਰਿਤ ਨਾਮ ਦਾ ਇੱਕ ਚਸ਼ਮਾ ਚੱਲ ਪੈਂਦਾ ਹੈ। ਜੋਗੀ ਅਡੋਲ ਅਵਸਥਾ ਦੀ ਰੌਂ ਬਣ ਜਾਂਦੀ ਹੈ, ਹਿਰਦੇ ਦੇ ਅੰਦਰ ਹੀ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ। ਤੈਨੂੰ ਘਰ-ਬਾਰ ਛੱਡ ਕੇ ਬਾਹਰ ਜਾਣ ਦੀ ਲੋੜ ਨਹੀਂ ਹੈ। ਤੈਨੂੰ ਜਪ ਤਪ ਸੰਜਮ ਕਰਨ ਦੀ, ਹੋਰ ਡੰਡੌਤ ਆ ਚੀਜ਼ਾਂ ਨੂੰ ਕਰਨ ਦੀ ਲੋੜ ਨਹੀਂ ਹੈ। ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਤੇ ਪਾਈ ਹੈ। ਤੋ ਬਾਰ-ਬਾਰ ਉਸ ਚੀਜ਼ ਨੂੰ ਸਟ੍ਰੈਸ ਕਰ ਰਹੇ ਹਨ ਕਿ ਪਰਮਾਤਮਾ ਇਸ ਮਾਇਆ ਵੇਗੀ ਸੰਸਾਰ ਦੇ ਵਿੱਚ ਹੀ ਹੈ, ਤੋ ਉਸ ਨੂੰ ਉਸੇ ਵਿੱਚ ਹੀ ਪ੍ਰਾਪਤ ਕਰਨ ਦੀ ਗੱਲ ਜਿਹੜੀ ਹੈ ਉਹ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਹਨ। ਫਿਰ ਇੱਕ ਹੋਰ ਬੜੀ ਵਧੀਆ ਜਿਹੜੀ ਗੱਲ ਸਾਨੂੰ ਸਮਝਾ ਰਹੇ ਹਨ, ਨਾਲ ਜੋਗੀ ਨੂੰ ਵੀ ਸਮਝਾ ਰਹੇ ਹਨ, ਕਿ ਨਾਨਕ ਜੀਵਤ ਆ ਮਰ ਰਹੀ ਹੈ, ਐਸਾ ਜੋਗ ਕਮਾਈਏ। ਇਹ ਨਾਨਕ ਪਰਮਾਤਮਾ ਦੇ ਮਿਲਾਪ ਦਾ ਅਭਿਆਸ ਇਉਂ ਕਰਨਾ ਚਾਹੀਦਾ ਹੈ ਕਿ ਦੁਨੀਆ ਦੇ ਕਾਰ ਵਿਹਾਰ ਕਰਦਿਆਂ ਦੇ ਵਿਕਾਰਾਂ ਵੱਲੋਂ ਪਰੇ ਹਟੇ ਰਹਿਣਾ ਚਾਹੀਦਾ ਹੈ, ਕਿ ਵਿਕਾਰਾਂ ਵੱਲੋਂ ਆਪਣੇ ਆਪ ਨੂੰ ਪਿੱਛੇ ਖਿੱਚਣਾ ਹੈ। ਤਾਂ ਇਸ ਤਰੀਕੇ ਨਾਲ ਹੀ ਉਹ ਯੋਗ ਦੀ ਜਿਹੜੀ ਅਸਲੀ ਕਮਾਈ ਜਿਹੜੀ ਹੈ ਉਹ ਹੁੰਦੇਗੀ, ਤੇ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਜਿਹੜਾ ਹੈ ਉਹ ਹੋ ਸਕਦਾ ਹੈ। ਵਾਜੇ ਬਾਜੋਂ ਸਿੰਘੀ ਵਾਜੈ, ਤਉ ਨਿਰਭਉ ਪਦ ਪਾਈ। ਇੱਕ ਹੋਰ ਬੜੀ ਗੱਲ ਦੱਸ ਰਹੇ ਹਨ ਕਿ ਜੋਗੀ ਨੂੰ ਕਹਿੰਦੇ ਨੇ ਵੀ ਤੂੰ ਸਿੰਘੀ ਵਜਾਣਾ ਹੈ, ਕਰ ਬੈਰਾਗ ਫਿਰੋ ਤਾਂ ਨਗਰੀ, ਮਨ ਕੀ ਕਿੰਗਰੀ ਵਜਾਈ, ਬੁੱਧ ਵਿਭੂ ਚੜਾਵੋ ਆਪਣੀ ਸਿੰਘੀ ਸੁਰਤ ਮਲਾਈ। ਕਿ ਤੂੰ ਇਹ ਸਿੰਘੀ ਵਜਾਣਾ ਹੈ, ਕਦੀ ਕਿੰਗਰੀ ਵਜਾਣਾ ਹੈ ਆਪਣੇ ਮਨ ਨੂੰ ਇਕਾਗਰ ਕਰਨ ਵਾਸਤੇ, ਪਰ ਇਹਨੂੰ ਤੇ ਵਜਾਉਣ ਦੀ ਲੋੜ ਹੀ ਨਹੀਂ ਹੈ। ਜੋਗੀ ਤਾਂ ਸਿੰਘੀ ਦਾ ਵਾਜਾ ਵਜਾਉਂਦਾ ਹੈ ਭਾਈ, ਪਰ ਸਿਮਰਨ ਅਭਿਆਸ ਕਰਨ ਵਾਲੇ ਦੇ ਅੰਦਰ ਇੱਕ ਅਜਿਹਾ ਸੁਰੀਲਾ ਆਨੰਦ ਬਣਦਾ ਹੈ। ਸ਼ਬਦ ਤੇ ਸੁਰ ਦਾ ਜਦੋਂ ਮੇਲ ਹੁੰਦਾ ਹੈ, ਜਦੋਂ ਮਨ ਦੇ ਵਿੱਚ ਉਸ ਦੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ, ਬਿਨਾਂ ਵਾਜਾ ਵਜਾਇਆ ਸਿੰਘੀ ਦਾ ਵਾਜਾ ਵੱਜ ਪੈਂਦਾ ਹੈ। ਭਾਵ ਇੱਕ ਰਸ, ਇੱਕ ਲਿਵ ਜਿਹੜੀ ਹੈ, ਏਕ ਚਿਤ ਜੈ ਇੱਕ ਚਿੰਤ ਆਇਓ, ਕਾਲ ਫਾਸ ਕੇ ਵਿੱਚ ਨਾ ਆਇਓ। ਉਹ ਇੱਕ ਚਿਤ ਇੱਕ ਛਿੰਨ ਦੇ ਅੰਦਰ ਜੋ ਉਸ ਨੂੰ ਆਨੰਦ ਮਿਲਦਾ ਹੈ ਪ੍ਰਭੂ ਦੀ ਮਿਲਾਪ ਦਾ, ਉਹ ਸਮਝ ਲਓ ਕਿ ਉਹਦੇ ਵਾਸਤੇ ਬਿਨਾਂ ਵਜਾਇਆ ਵਾਜਾ ਜਿਹੜਾ ਉਹ ਵੱਜ ਰਿਹਾ ਹੈ। ਜਦੋਂ ਮਨੁੱਖ ਇਸ ਆਤਮਿਕ ਆਨੰਦ ਨੂੰ ਮਾਨਣ ਲੱਗ ਪੈਂਦਾ ਹੈ, ਤਦੋਂ ਉਹ ਐਸੀ ਆਤਮਿਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿੰਦਾ, ਕੋਈ ਭੈ ਨਹੀਂ ਰਹਿੰਦਾ, ਤੇ ਉਹ ਨਿਰਭਉ ਹੋ ਜਾਂਦਾ ਹੈ। ਨਿਰਭਉ ਜਪੈ ਸਗਲ ਭਉ ਲੱਥੈ, ਪ੍ਰਭ ਕਿਰਪਾ ਤੇ ਪ੍ਰਾਣੀ ਛੂਟੈ। ਤੋ ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਇਹ ਪਾਈ ਹੈ। ਤੋ ਜਿਹੜੀਆਂ ਗੱਲਾਂ ਕਬੀਰ ਸਾਹਿਬ ਕਹਿ ਰਹੇ ਹਨ, ਗੁਰੂ ਨਾਨਕ ਪਾਤਸ਼ਾਹ ਉਹਨਾਂ ਦੇ ਉੱਪਰ ਵੀ ਮੋਹਰ ਲਗਾ ਰਹੇ ਹਨ। ਮੈਂ ਬੇਨਤੀ ਕਰਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਹ ਭਗਤ ਬਾਣੀ ਨੂੰ ਕਬੀਰ ਸਾਹਿਬ, ਕਬੀਰ ਪੰਥੀਆਂ ਤੋਂ ਜਾ ਕੇ ਪ੍ਰਾਪਤ ਕੀਤਾ, ਤਾਂ ਉਹਨਾਂ ਨੇ ਇਹਦਾ ਗਹਿਰਾ ਅਧਿਐਨ ਕੀਤਾ ਹੈ, ਉਹਨੂੰ ਸਟੱਡੀ ਕੀਤਾ ਹੈ, ਤੇ ਤਾਂ ਹੀ ਉਹਨਾਂ ਨੇ ਇਸ ਨੂੰ ਪ੍ਰਵਾਨ ਕੀਤਾ ਹੈ। ਤੋ ਇਸ ਦੀ ਮਿਸਾਲ ਗੁਰਬਾਣੀ ਦੇ ਵਿੱਚੋਂ ਮਿਲਦੀ ਹੈ, ਗੁਰੂਆਂ ਦੀ ਆਪਣੀ ਬਾਣੀ ਵਿੱਚੋਂ, ਕਿ ਉਹ ਵੀ ਸੇਮ ਵਿਚਾਰਧਾਰਾ ਦੇ ਭਗਤ ਕਬੀਰ ਜੀ ਦੀ ਬਾਣੀ ਸੀ, ਇਸ ਕਰਕੇ ਉਹਨੂੰ ਪ੍ਰਵਾਨ ਕੀਤਾ ਗਿਆ। ਤੋ ਅੰਜਨ ਮਾਹਿ ਨਿਰੰਜਨ ਰਹੀਏ, ਜੋਗ ਜੁਗਤ ਏਵ ਪਾਈਏ। ਫਿਰ ਮੁੰਦਰਾ ਦੀ ਗੱਲ, ਕਿਉਂਕਿ ਮੁੰਦਰਾ ਦੇ ਉੱਪਰ ਜ਼ਿਆਦਾ ਸਟ੍ਰੈਸ ਹੈ ਇਸ ਸ਼ਬਦ ਦੇ ਅੰਦਰ, ਪਹਿਲੇ ਪੰਕਤੀ ਦੇ ਅੰਦਰ ਹੀ। ਔਰ ਜੋਗੀ ਨੂੰ ਇਹ ਵੀ ਜਪ ਤਪ ਔਰ ਸੰਜਮ ਦੇ ਬਾਰੇ ਵੀ ਜਿਹੜੀ ਵਿਚਾਰ ਹੈ ਉਹ ਰਹਾਉ ਦੇ ਅੰਦਰ ਹੀ ਸਾਨੂੰ ਦੱਸਦੇ ਹਨ
ਕਿ ਜਿਹੜਾ ਗੁਰੂ ਦੇ ਸਨਮੁਖ ਹੋ ਕੇ, ਜਿਹੜਾ ਗ੍ਰਸਤ ਵਿੱਚ ਰਹਿ ਕਰਕੇ ਜਿਹੜਾ ਆਪਣਾ ਜੀਵਨ ਬਤੀਤ ਕਰਦਾ ਹੈ, ਉਹਦੇ ਵਾਸਤੇ ਇਹੀ ਜਪ ਔਰ ਤਪ ਹੈ ਜਿਹੜਾ ਗੁਰੂ ਦੇ ਦੱਸੇ ਰਸਤੇ ਦੇ ਉੱਪਰ ਚੱਲਦਾ ਹੈ। ਤੋ ਇੱਥੇ ਕਹਿ ਰਹੇ ਹਨ ਸਾਨੂੰ ਰਾਮਕਲੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ, ਸਰਮੇ ਦੀਆਂ ਮੁੰਦਰਾਂ ਕੰਨੀ ਪਾਏ ਜੋਗੀ, ਖੀਂਥਾ ਕਰ ਤੂੰ ਦਇਆ। ਕਿ ਇਹ ਜੋਗੀ, ਇਹਨਾਂ ਕੱਚ ਦੀਆਂ ਮੁੰਦਰਾਂ ਦੇ ਥਾਂ, ਸਰਮੇ ਦਾ ਭਾਵ ਹੈ, ਸਰਮੇ ਦਾ ਭਾਵ ਹੈ ਕੱਚ, ਤੋ ਸਰਮੇ ਦੀਆਂ ਮੁੰਦਰਾਂ ਕੰਨੀ ਪਾਏ ਜੋਗੀ, ਖਿੰਥਾ ਕਰ ਤੂੰ ਦਇਆ। हे ਜੋਗੀ, ਇਹਨਾਂ ਕੱਚ ਦੀਆਂ ਮੁੰਦਰਾਂ ਦੇ ਥਾਂ ਤੂੰ ਆਪਣੇ ਕੰਨਾਂ ਵਿੱਚ ਉੱਚਾ ਆਤਮਿਕ ਜੀਵਨ ਬਣਾਉਣ ਲਈ ਮਿਹਨਤ ਦੀਆਂ ਮੁੰਦਰਾਂ ਪਾ ਲੈ ਅਤੇ ਦਇਆ ਨੂੰ ਆਪਣੀ ਕਫਨੀ ਬਣਾ ਲੈ। ਕਫਨੀ ਬਣਾ ਲੈ, ਜਿਹੜਾ ਤੂੰ ਆਪਣੇ ਉੱਤੇ ਕਾਲੀ ਜਿਹੀ ਲੋਈ ਜਿਹੜੀ ਹੈ ਉਹ ਚੋਲੀ ਚੱਲੀ ਜਿਹੀ ਉਹ ਲਈ ਫਿਰਦਾ ਹੈ, ਤੂੰ ਖਫਨੀ ਜਿਹੀ। ਆਵਣ ਜਾਣ ਵਿਭੂਤ ਲਾਏ ਜੋਗੀ, ਤਾਂ ਤੀਨ ਭਵਨ ਜਿਨ ਲਿਆ। ਆਵਣ ਜਾਣ ਭਾਵ ਹੈ ਜੋਗੀ, ਜਨਮ ਮਰਨ ਦੇ ਗੇੜ ਦਾ ਡਰ ਚੇਤੇ ਰੱਖ, ਇਹ ਸਵਾਹ ਤੂੰ ਆਪਣੇ ਪਿੰਡੇ ਉੱਤੇ ਮੱਲ ਲੈ। ਭਾਵ ਕਿ ਮੌਤ ਨੂੰ ਚੇਤੇ ਰੱਖਣਾ ਹੈ, ਮੌਤ ਨੂੰ ਭੁੱਲਣਾ ਨਹੀਂ ਹੈ, ਕਿਉਂਕਿ ਜੇ ਮੌਤ ਭੁੱਲ ਗਈ ਤੇ ਫਿਰ ਸਭ ਚੀਜ਼ ਵਿਗੜ ਗਿਆ, ਕਿ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਨਾਮ ਵਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਗੁਰਬਾਣੀ ਦਾ ਉਪਦੇਸ਼ ਹੈ, ਸਿਧਾਂਤ ਹੈ। ਤੋ ਇੱਥੇ ਵੀ ਤੀਸਰੇ ਪਾਤਸ਼ਾਹ ਕਹਿ ਰਹੇ ਹਨ ਕਿ ਆਵਣ ਜਾਣ ਵਿਭੂਤ ਲਗਾਏ ਲਾਏ ਜੋਗੀ, ਤਾਂ ਤੀਨ ਭਵਨ ਜਿਨ ਲਿਆ। ਇਹ ਜੋਗੀ, ਜਨਮ ਮਰਨ ਦੇ ਗੇੜ ਦਾ ਡਰ ਚੇਤੇ ਰੱਖ, ਇਹ ਸਵਾਹ ਤੂੰ ਆਪਣੇ ਪਿੰਡੇ ਉੱਤੇ ਮੱਲ। ਤੇ ਜੇ ਇਹ ਉਦਮ ਕਰੇਗਾ, ਜੇ ਇਸ ਤਰ੍ਹਾਂ ਤੂੰ ਆਪਣੇ ਜੀਵਨ ਨੂੰ ਬਣਾਏਗਾ, ਤਾਂ ਸਮਝ ਲਈ ਕਿ ਤੂੰ ਜਗਤ ਦਾ ਮੋਹ ਜਿੱਤ ਲਿਆ ਹੈ। ਤਾਂ ਤੈਨੂੰ ਬਾਹਰ ਜਾਣ ਦੀ ਲੋੜ ਨਹੀਂ। ਕਾਹੇ ਰੇ ਵਨ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ, ਤੋਹੀ ਸੰਗ ਸਮਾਈ ਦੀ ਸਮਝ ਆ ਜਾਏਗੀ। ਐਸੀ ਕਿੰਗਰੀ ਵਜਾਏ ਜੋਗੀ, ਇਸ ਤਰੀਕੇ ਦੀ ਹੈ ਜੋਗੀ, ਇਸ ਤਰ੍ਹਾਂ ਦੀ ਕਿੰਗਰੀ ਵਜਾ। ਕਿਹੋ ਜਿਹੀ ਕਿੰਗਰੀ ਵਜਾ? ਸਤਿਗੁਰ ਫਰਮਾ ਰਹੇ ਹਨ, ਜਿਤ ਕਿੰਗਰੀ ਅਨਹਦ ਵਾਜੇ। ਜਿਸ ਵੀਣਾ ਦੇ ਵੱਜਣ ਨਾਲ ਮਨੁੱਖ ਦੇ ਅੰਦਰ ਉੱਚੇ ਆਤਮਿਕ ਜੀਵਨ ਦਾ ਇੱਕ ਰਸ ਆਨੰਦ ਪੈਦਾ ਹੋ ਜਾਂਦਾ ਹੈ ਅਤੇ ਮਨੁੱਖ ਪਰਮਾਤਮਾ ਵਿੱਚ ਸੁਰਤ ਜੋੜੀ ਰੱਖਦਾ ਹੈ। ਤੋਂ ਭਾਵ, ਜੋ ਕਿੰਗਰੀ ਵਜਾ ਕੇ ਤੂੰ ਆਨੰਦ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ, ਇਹ ਤਾਂ ਤੈਨੂੰ ਬਾਰ-ਬਾਰ ਵਜਾਣੀ ਪੈਂਦੀ ਹੈ। ਇਹ ਅਨਹਦ ਨਹੀਂ ਹੈ, ਅਨਹਦ ਤੋਂ ਮੈਨੇ ਬਿਨਾਂ ਵਜਾਏ ਵਜਣੀ। ਤੋਂ ਇਹ ਜੋ ਪਰਮਾਤਮਾ ਦੇ ਨਾਲ ਤੇਰੀ ਆਤਮਿਕ ਜੀਵਨ ਦਾ ਜਿਹੜਾ ਮੇਲ ਹੁੰਦਾ ਹੈ, ਤੇਰੇ ਅੰਦਰ ਹੀ ਹਿਰਦੇ ਨਾਲ ਹੀ, ਤੇ ਇੱਕ ਰਸ ਆਨੰਦ ਪੈਦਾ ਕਰਦਾ ਹੈ। ਮਨ ਦੇ ਵਿੱਚ ਸਹਿਜ ਅਵਸਥਾ ਆਉਂਦੀ ਹੈ, ਮਨ ਦੇ ਵਿੱਚ ਟਿਕਾ ਆਉਂਦਾ ਹੈ, ਮਨ ਦੇ ਵਿੱਚ ਵਿਸਮਾਦ ਆਉਂਦਾ ਹੈ, ਤੋ ਆਨੰਦ ਆਉਂਦਾ ਹੈ। ਤੋ ਉਸੇ ਨੂੰ ਹੀ ਕਿੰਗਰੀ ਦਾ ਆਨੰਦ ਸਮਝ। ਉਸ ਨੂੰ, ਉਸ ਵਾਸਤੇ ਤੈਨੂੰ ਕਿਸੇ ਇਨਸਟਰੂਮੈਂਟ ਵਜਾਉਣ ਦੀ ਲੋੜ ਨਹੀਂ ਹੈ, ਅਤੇ ਮਨੁੱਖ ਉਹਦੀ ਪਰਮਾਤਮਾ ਦੇ ਨਾਲ ਸੁਰਤੀ ਜਿਹੜੀ ਹੈ ਉਹ ਜੁੜ ਜਾਏਗੀ। ਇਹ ਜੋਗੀ, ਫਿਰ ਹੋਰ ਕੀ ਕਰ ਤੂੰ? ਸਤ ਸੰਤੋਖ ਪੱਤ ਕਰ ਝੋਲੀ। ਇਹ ਜਿਹੜੀ ਤੂੰ ਝੋਲੀ ਪਾ ਕੇ ਘੁੰਮ ਰਿਹਾ ਹੈ ਆਪਣੇ ਗਲੇ ਦੇ ਵਿੱਚ, ਉਸ ਝੋਲੀ ਦੀ ਥਾਂ ਦੇ ਉੱਪਰ ਇਹ ਜੋ ਤੂੰ ਪੱਤਰਕਾ ਕਰੋ ਵਿਚਾਰ ਝੋਲੀ ਦੀ ਦਇਆ ਕਰ ਝੋਲੀ। ਤੂੰ ਇੱਥੇ ਤੀਸਰੇ ਪਾਤਸ਼ਾਹ ਕਹਿ ਰਹੇ ਨੇ ਕਿ ਹੇ ਜੋਗੀ, ਤੂੰ ਦੂਜਿਆਂ ਦੀ ਸੇਵਾ ਕਰਿਆ ਕਰ, ਦੂਜਿਆਂ ਦੀ ਸੇਵਾ ਕਰ। ਇਹ ਤੇਰੇ ਵਾਸਤੇ ਕੀ ਹੈ? ਇਹ ਝੋਲੀ ਹੈ। ਆਪਣੇ ਅੰਦਰ ਸੰਤੋਖ ਧਾਰਨ ਕਰ। ਇਹਨਾਂ ਦੋਹਾਂ ਨੂੰ ਖੱਪਰ ਅਤੇ ਝੋਲੀ ਬਣਾ, ਕਿ ਇੱਕ ਨੂੰ ਝੋਲੀ ਬਣਾ ਤੇ ਇੱਕ ਨੂੰ ਖੱਪਰ ਬਣਾ। ਭਾਵ ਕਿ ਦੂਜਿਆਂ ਦੀ ਸੇਵਾ ਨੂੰ ਕਰ, ਇਹ ਤੇਰੇ ਵਾਸਤੇ ਇਹ ਖੱਪਰ ਹੈ, ਤੇ ਦੂਜਿਆਂ ਮਨ ਦੇ ਵਿੱਚ ਸੰਤੋਖ ਧਾਰਨ ਕਰ, ਇਹ ਤੇਰੀ ਝੋਲੀ ਹੈ। ਤੈਨੂੰ ਹੋਰ ਝੋਲੀਆਂ ਪਾਉਣ ਦੀ, ਲਟਕਾ ਕੇ ਚੱਲਣ ਦੀ ਲੋੜ ਨਹੀਂ ਹੈ। ਆਤਮਿਕ ਜੀਵਨ ਦੇਣ ਵਾਲਾ ਨਾਮ, ਜਿਹਦੇ ਨਾਲ ਆਤਮਾ ਅਮਰ ਹੁੰਦੀ ਹੈ, ਆਤਮਾ ਬਲਵਾਨ ਹੁੰਦੀ ਹੈ, ਉਹ ਕੇਵਲ ਔਰ ਕੇਵਲ ਪ੍ਰਭੂ ਦਾ ਨਾਮ ਹੈ। ਇਸ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖ। ਇਹ ਚੂਰਮਾ ਪਾ ਤੂੰ ਆਪਣੇ ਖੱਪਰ ਵਿੱਚ। ਭਾਵ ਕਿ ਆਪਣੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਿਹੜਾ ਹੈ, ਉਸ ਨੂੰ ਤੂੰ ਆਪਣੇ ਕੋਲ ਸੰਭਾਲ ਕੇ ਰੱਖ, ਤੇ ਉਸ ਨੂੰ ਤੂੰ ਚੂਰਮਾ ਸਮਝ। ਜਿਵੇਂ ਚੂਰਮਾ ਜੋਗੀ ਚੂਰਮਾ ਬਣਦੇ ਨੇ, ਉਸ ਤੋਂ ਬਾਅਦ ਆਪਣੇ ਜਿਹੜੇ ਜਿਸ ਵੇਲੇ ਵੀ ਉਹ ਸਭਾ ਕਰਦੇ ਨੇ, ਉਸ ਤੋਂ ਬਾਅਦ ਚੂਰਮਾ ਬਣਦੇ ਆ। ਤੋ ਉਹ ਕਹਿੰਦੇ ਨੇ ਵੀ ਇਸ ਨੂੰ ਆਪਣੇ ਖੁਰਾਕ ਆਪਣੇ ਕੋਲ ਰੱਖ, ਪ੍ਰਭੂ ਦੇ ਸਿਮਰਨ ਨੂੰ, ਜਿਹੜਾ ਤੇਰੇ ਜੀਵਨ ਆਤਮਾ ਨੂੰ ਬਲਵਾਨ ਕਰੇਗਾ। ਤੇ ਧਿਆਨ ਕਾ ਡੰਡਾ ਜੋਗੀ, ਕਿ ਪ੍ਰਭੂ ਦੇ ਨਾਲ ਤੇਰਾ ਹਮੇਸ਼ਾ ਸੁਰਤ ਜੁੜੀ ਰਹੇ, ਤੂੰ ਸੁਚੇਤ ਰਹੇ,
ਇਹ ਆਪਣੇ ਹੱਥ ਵਿੱਚ ਡੰਡਾ ਰੱਖ ਕਿ ਆਸਰਾ ਲੈਣ ਵਾਸਤੇ, ਟਿਕਾਣ ਵਾਸਤੇ ਜਦੋਂ ਤੂੰ ਤੁਰਦਾ ਹੈ ਤੇਰੇ ਹੱਥ ਵਿੱਚ ਡੰਡਾ ਹੈ, ਤਾਂ ਤੂੰ ਇਸ ਕਰਕੇ ਉਹਦੀ ਥਾਂ ਦੇ ਉੱਪਰ ਪ੍ਰਭੂ ਦੇ ਚਰਨਾਂ ਵਿੱਚ ਚਿੱਤ ਨੂੰ ਜੋੜੀ ਰੱਖ। ਇਸ ਨੂੰ ਆਪਣੇ ਹੱਥ ਦਾ ਡੰਡਾ ਬਣਾ। ਭਰਾ, ਹੱਥ ਵਿੱਚ ਡੰਡਾ ਫੜਨ ਦੀ ਲੋੜ ਨਹੀਂ ਹੈ। ਪ੍ਰਭੂ ਦੇ ਨਾਲ ਆਪਣੀ ਸੁਰਤ ਜੋੜ, ਪ੍ਰਭੂ ਵਿੱਚ ਸੁਰਤ ਟਿਕਾਈ ਰੱਖ। ਇਹੀ ਸਿੰਗੀ ਵਜਾਇਆ ਕਰ। ਇਹੀ ਸਿੰਗੀ ਵਜੇਗੀ ਜੋ ਤੇਰੀ ਸੁਰਤ ਪ੍ਰਭੂ ਦੇ ਨਾਲ ਜਿਹੜੀ ਹੈ ਉਹ ਜੁੜ ਜਾਏਗੀ। ਉਹੀ ਤੇਰੀ ਕਿੰਗਰੀ ਵਜਣੀ ਹੋਏਗੀ। ਫਿਰ ਇੱਕ ਹੋਰ ਫਰਮਾ ਰਹੇ ਹਨ ਸਤਿਗੁਰੂ ਜੀ, ਹੁਕਮ ਬੂਝੇ ਸੋ ਜੋਗੀ ਕਹੀ ਹੈ, ਕਿ ਤੂੰ ਬਾਕੀ ਜਿੰਨੇ ਮਰਜ਼ੀ ਅਡੰਬਰ ਕਰ ਲੈ ਜੋਗੀ, ਮੁੰਦਰਾਂ ਵੀ ਪਾ ਲੈ, ਤੂੰ ਝੋਲੀ ਵੀ ਰੱਖ ਲੈ, ਪੱਤਰਕਾ ਵੀ ਕਰ ਲੈ, ਖੱਪਰ ਵੀ ਰੱਖ ਲੈ, ਖਿੰਥਾ ਵੀ ਪਾ ਕੇ ਚੱਲ, ਜਿਹੜੇ ਵੀ ਤੇਰੇ ਅਟਾਇਰਸ ਨੇ ਇੱਕ ਜੋਗੀ ਦਿਸਣ ਵਾਲੇ, ਉਹ ਸਾਰੇ ਤੂੰ ਕਰ ਲੈ। ਸਿੰਘੀਆਂ ਵੀ ਬਾਜ਼ਾਰ, ਤੂੰ ਤੀਰਥਾਂ ਦੇ ਉੱਪਰ ਵੀ ਘੁੰਮ ਫਿਰ ਲੈ, ਸਭ ਕੁਝ ਕਰ ਲੈ। ਲੇਕਿਨ ਜੇਕਰ ਤੇਰਾ ਹੁਕਮ ਨਹੀਂ ਬੁਝੇਗਾ, ਜੇ ਤੇਰਾ ਮਨ ਪਰਮਾਤਮਾ ਦੀ ਰਜ਼ਾ ਦੇ ਅਨੁਸਾਰ ਨਹੀਂ ਤੁਰਦਾ, ਕਿ ਤੂੰ ਪਰਮਾਤਮਾ ਦੀ ਰਜ਼ਾ ਦੇ ਉਲਟ ਜਾ ਰਿਹਾ ਹੈ। ਪਰਮਾਤਮਾ ਨੇ ਇੱਕ ਗ੍ਰਸਤ ਬਣਾਇਆ ਹੈ, ਪਰਮਾਤਮਾ ਨੇ ਇਹ ਸੰਸਾਰ ਬਣਾਇਆ ਹੈ। ਇਹ ਸੰਸਾਰ ਜੋ ਤੁਮ ਦੇਖ, ਇਹ ਵਿਸ ਸੰਸਾਰ ਜੋ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਤੇ ਤੂੰ ਇਸ ਨੂੰ ਛੱਡ ਕੇ ਗ੍ਰਸਤ ਨੂੰ ਤੇ ਬਾਹਰ ਜਾ ਰਿਹਾ। ਗੁਰਮਤਿ ਦਾ ਉਪਦੇਸ਼ ਸਾਨੂੰ ਸੰਦੇਸ਼ ਹੈ ਕਿ ਸਗਲ ਧਰਮ ਹੈ ਗ੍ਰਸਤ ਪ੍ਰਧਾਨ ਹੈ। ਤੇ ਗ੍ਰਸਤ ਪ੍ਰਧਾਨ ਹੈ ਤੇ ਗ੍ਰਸਤ ਨੂੰ ਛੱਡ ਕੇ ਤੂੰ ਜਾ ਰਿਹਾ ਹੈ। ਤੇ ਇਸ ਕਰਕੇ ਪਰਮਾਤਮਾ ਦੀ ਰਜ਼ਾ ਦੇ ਤੂੰ ਉਲਟ ਚੱਲ ਰਿਹਾ ਹੈ। ਤੇ ਪਰਮਾਤਮਾ ਦੇ ਤੈਨੂੰ ਜਨਮ ਦਿੱਤਾ, ਤੇਰੀ ਮਾਂ ਨੇ ਤੈਨੂੰ ਜਨਮ ਦਿੱਤਾ ਹੈ, ਤੂੰ ਆਪਣੇ ਅੱਗੋਂ ਉਸ ਵੰਸ਼ ਨੂੰ ਅੱਗੇ ਤੋਰ, ਤੇ ਆਪਣੇ ਪਰਿਵਾਰ ਵਿੱਚ ਰਹਿ ਕਰਕੇ ਪਰਿਵਾਰ ਵਿੱਚ ਨਿਰੰਕਾਰ ਨੂੰ ਲੱਭਣ ਦੀ ਕੋਸ਼ਿਸ਼ ਕਰ, ਉਹਦੇ ਨਾਲ ਜੁੜ। ਤੇ ਤੂੰ ਪਰਮਾਤਮਾ ਦੀ ਰਜ਼ਾ ਦੇ ਉਲਟ ਨਾ ਚੱਲ, ਉਹਦੇ ਅਨੁਸਾਰ ਤੁਰਦਾ ਰਹਿ। ਇੱਕ ਪਰਮਾਤਮਾ ਦੇ ਚਰਨ ਵਿੱਚ ਚਿੱਤ ਜੋੜੀ ਰੱਖ। ਹੇ ਮਨੁੱਖ, ਉਹੀ ਜੋਗੀ ਅਖਵਾਏਗਾ। ਹੁਕਮ ਬੂਝੈ ਸੋ ਜੋਗੀ ਕਹੀਏ, ਇੱਕ ਸਿਉ ਚਿਤ ਲਾਏ। ਜਿਹੜਾ ਹੁਕਮ ਅਨੁਸਾਰ ਚੱਲਦਾ ਹੈ, ਜਿਹੜਾ ਇੱਕ ਪਰਮਾਤਮਾ ਦੇ ਨਾਲ ਹੀ ਆਪਣੇ ਚਿੱਤ ਨੂੰ ਜੋੜਦਾ ਹੈ, ਉਸ ਨੂੰ ਹੀ ਜੋਗੀ ਕਹਿੰਦੇ ਹਨ। ਫਿਰ ਉਹਦੇ ਨਾਲ ਹੁੰਦਾ ਕੀ ਹੈ? ਜੇ ਪਰਮਾਤਮਾ ਨਾਲ ਸੁਰਤ ਜੋੜਾਂਗੇ, ਪਰਮਾਤਮਾ ਦੇ ਹੁਕਮ ਅਨੁਸਾਰ ਚੱਲਾਂਗੇ, ਤਾਂ ਸਹਿਸਾ ਟੂਟੈ ਨਿਰਮਲ ਹੋਵੇ। ਕਿ ਮਨ ਦੀ ਜੇ ਵਿੱਚ ਜਿਹੜੇ ਡਾਊਟ ਹੈ, ਸਹਿਸੇ ਜੀਉ ਮਰੀਨ ਹੈ, ਜਿਹੜੇ ਸਹਿਸਾ ਮਨ ਦੇ ਵਿੱਚ ਹੈ, ਉਹ ਮਿਲ ਜਾਏਗਾ ਗੁਰੂ ਦੇ ਸ਼ਬਦ ਦੇ ਉੱਤੇ ਚੱਲਿਆ, ਉਹ ਸਹਿਸਾ ਵੀ ਮਨ ਵਿੱਚੋਂ ਨਿਕਲ ਜਾਏਗਾ ਤੇ ਮਨ ਨਿਰਮਲ ਹੋ ਜਾਏਗਾ। ਨਿਰਮਲ ਭਾਵ ਬਿਨਾ ਮੈਲ ਤੋਂ ਨਿਰਮਲ ਹੋ ਜਾਏਗਾ। ਜੋਗ ਜੁਗਤ ਐਵ ਪਾਏ, ਹੈ ਜੋਗੀ ਐਸਾ ਜੋਗ ਕਮਾਵੋ ਜੋਗੀ, ਜਪ ਤਪ ਸੰਜਮ ਗੁਰਮੁਖ ਭੋਗੀ। ਭਾਈ ਇਸ ਤਰੀਕੇ ਨਾਲ ਇਹ ਤੈਨੂੰ ਪਰਮਾਤਮਾ ਦੇ ਨਾਲ ਮਿਲਣ ਦਾ ਜਿਹੜਾ ਹੈ ਉਹ ਢੰਗ ਲੱਭ ਪਏਗਾ, ਜਦੋਂ ਤੂੰ ਗੁਰੂ ਦੇ ਸਨਮੁਖ ਹੋ ਕਰਕੇ ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆ ਉਸ ਪਰਮਾਤਮਾ ਨੂੰ ਹੀ ਜਿਹੜਾ ਹੈ ਉਹਦੇ ਨਾਲ ਆਪਣੀ ਸੁਰਤ ਜੋੜੇਗਾ। ਨਦਰੀ ਆਮਦਾ ਸਭ ਕੁਝ ਬਿਨਸ ਹੈ। ਫਿਰ ਇੱਕ ਗੱਲ ਹੋਰ ਸਮਝ ਲੈ ਕਿ ਜੋ ਵੀ ਨਜ਼ਰ ਆ ਰਿਹਾ ਹੈ ਇਹ ਸਭ ਬਿਨਸਣ ਵਾਲਾ ਹੈ। ਜਿਹੜਾ ਵੀ ਸੰਸਾਰ ਦੇ ਵਿੱਚ ਨਜ਼ਰ ਆ ਰਿਹਾ ਹੈ ਇਹ ਅਸਥਾਈ ਹੈ, ਇਹ ਟਿਕਣ ਵਾਲਾ ਨਹੀਂ ਹੈ, ਇਹ ਬਿਨਸਨਹਾਰ ਹੈ। ਨਦਰੀ ਆਮਦਾ ਸਭ ਕੁਝ ਬਿਨਸੈ, ਹਰ ਸੇਤੀ ਚਿਤ ਲਾਏ। ਇਸ ਕਰਕੇ ਸੰਸਾਰ ਦੇ ਵਿੱਚ ਜੋ ਨਜ਼ਰ ਆ ਰਿਹਾ ਹੈ ਇਹ ਬਿਨਸਨਹਾਰ ਹੈ। ਇੱਕੋ ਚੀਜ਼ ਜਿਹੜੀ ਨਹੀਂ ਬਿਨਸਨਹਾਰ ਹੈ ਉਹ ਪ੍ਰਭੂ ਹੈ, ਜੋ ਆਦ ਸੱਚ ਹੈ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਉਸੀ ਵੀ ਸੱਚ, ਜਿਹਨੇ ਹਮੇਸ਼ਾ ਰਹਿਣਾ ਹੈ। ਇਸ ਕਰਕੇ ਉਹਦੇ ਨਾਲ ਚਿੱਤ ਲਾਏਗਾ ਤੇ ਤੇਰੀ ਅਵਸਥਾ ਉੱਚੀ ਹੋਏਗੀ ਤੇ ਤੇਰਾ ਉਸ ਪ੍ਰਮਾਤਮਾ ਦੇ ਨਾਲ ਤੈਨੂੰ ਮਿਲਾਪ ਦਾ ਢੰਗ ਪ੍ਰਾਪਤ ਹੋਏਗਾ। ਇਸ ਤਰੀਕੇ ਨਾਲ ਸਤਿਗੁਰੂ ਨੇ ਸਾਨੂੰ ਇਹ ਗੱਲ ਸਮਝਾਈ ਹੈ। ਫਿਰ ਅੱਗੋਂ ਸਾਨੂੰ ਸਮਝਾਉਂਦੇ ਹਨ ਕਿ ਇਹ ਜੋਗ ਨਾ ਹੋਵੇ ਜੋਗੀ, ਜੇ ਕੁਟੰਬ ਛੋੜ ਪਰ ਭਵਨ ਕਰੇ। ਭਾਈ ਜੇ ਤੂੰ ਆਪਣਾ ਗ੍ਰਸਥ ਛੱਡ ਕੇ ਜਪ ਤਪ ਸੰਜਮ ਗੁਰਮੁਖ ਭੋਗੀ, ਭਾਵ ਜੇ ਤੂੰ ਗ੍ਰਸਥ ਛੱਡਦਾ ਹੈ ਤੇ ਗੁਰ ਨਹੀਂ ਰਹਿੰਦਾ, ਤੇ ਫਿਰ ਤੂੰ ਐਸਾ ਤੂੰ ਜੋਗ ਨਹੀਂ ਕਮਾ ਰਿਹਾ ਹੈ। ਤੇ ਇਹ ਜੋਗ ਨਾ ਹੋਵੇ ਜੋਗੀ, ਜੇ ਕੁਟੁੰਬ ਛੋੜ ਪਰ ਭਵਨ ਕਰੈ। ਕਿ ਜੇ ਤੂੰ ਇਹ ਜਿਹੜਾ ਆਪਣਾ ਪਰਿਵਾਰ ਛੱਡ ਕੇ ਦੇਸ਼ ਰਟਨ ਕਰਦਾ ਫਿਰਦਾ ਹੈ, ਤੀਰਥਾਂ ਦੇ ਉੱਪਰ ਭਾਉਂਦਾ ਫਿਰਦਾ ਹੈ, ਕੰਦ ਮੂਲ ਖਾਂਦਾ ਫਿਰਦਾ ਹੈ, ਇਸ ਨੂੰ ਜੋਗ ਨਹੀਂ ਆਖੀਦਾ। ਭਾਵ ਇਹ ਕੋਈ ਤਰੀਕਾ ਨਹੀਂ ਹੈ ਜੋਗ ਕਮਾਉਣ ਦਾ। ਗ੍ਰਹਿ ਸਰੀਰ ਮੇ ਹਰ ਹਰ ਨਾਮ, ਕਿ ਗ੍ਰਹਿ ਦੇ ਅੰਦਰ ਹੀ, ਇਸ ਸਰੀਰ ਦੇ ਵਿੱਚ ਹੀ, ਗ੍ਰਹਿ ਦਾ ਭਾਵ ਹੈ ਸਰੀਰ, ਇਸ ਸਰੀਰ ਘਰ ਵਿੱਚ ਹੀ ਪਰਮਾਤਮਾ ਦਾ ਨਾਮ ਵਸ ਰਿਹਾ, ਪਰਮਾਤਮਾ ਆਪ ਵਸ ਰਿਹਾ ਹੈ। ਇਹ ਜੋਗੀ ਆਪਣੇ ਅੰਦਰੋਂ ਹੀ ਗੁਰੂ ਦੀ ਕਿਰਪਾ ਨਾਲ ਤੂੰ ਆਪਣੇ ਪਰਮਾਤਮਾ ਨੂੰ ਲੱਭ ਲਏਗਾ।
ਤੈਨੂੰ ਪਰਮਾਤਮਾ ਦੀ ਉਹ ਪ੍ਰਾਪਤੀ ਹੋ ਜਾਵੇਗੀ। ਇਹ ਜਗਤ ਮਿੱਟੀ का पुतला, कई जगह लिखा है ये जग धुएं का पहाड़ है, किथे लिखा है ये जग मिट्टी का पुतला है। जोगी ये इसमें रोग वड्डा तृष्णा माया, ये जगत मिट्टी का पुतला है जोगी, इसमें रोग वड्डा तृष्णा माया। ये जोगी ये संसार मानो मिट्टी ਦਾ ਇਹ ਬੁੱਤ ਹੈ, ਇਸ ਵਿੱਚ ਮਾਇਆ ਦੀ ਤ੍ਰਿਸ਼ਨਾ ਦਾ ਵੱਡਾ ਰੋਗ ਲੱਗਿਆ ਪਿਆ ਹੈ। ਅਨਕ ਜਤਨ ਭੇਖ ਕਰੇ ਜੋਗੀ, ਰੋਗ ਨਾ ਜਾਏ ਗਵਾਇਆ। ਇਹ ਜੋਗੀ ਤੂੰ ਬੜੇ ਕੋਸ਼ਿਸ਼ ਕਰਦਾ ਹੈ, ਬੜੇ ਯਤਨ ਕਰਦਾ ਹੈ ਕਿ ਇਹ ਜੋ ਰੋਗ ਹੈ ਇਹ ਤੇਰੇ ਅੰਦਰੋਂ ਨਿਕਲ ਜਾਏ ਜਿਹੜਾ, ਲੇਕਿਨ ਇਹ ਤੇਰੇ ਅੰਦਰੋਂ ਇਹ ਜੋ ਮਮਤਾ ਰੋਗ ਹੈ, ਹੰਕਤਾ ਦਾ ਰੋਗ ਹੈ, ਜੋ ਹੰਕਾਰ ਹੈ ਤੇਰੇ ਅੰਦਰ, ਜੋ ਵਿਸ਼ੇ ਵਿਕਾਰ ਹਨ, ਕਾਂ ਕ੍ਰੋਧ ਲੋਭ ਮੋਹ ਹੰਕਾਰ, ਇਹ ਨਹੀਂ ਜਾਂਦੇ ਭਾਵੇਂ ਤੂੰ ਜਿੰਨੇ ਮਰਜ਼ੀ ਯਤਨ ਕਰ ਲੈਣਾ ਹੈ। ਦਰਸ਼ਨ ਭੇਖ ਕਰੋ ਜੋਗਿੰਦਰਾ, ਮੁੰਦਰਾ ਝੋਲੀ ਖੰਤਾ। ਇਹ ਰਾਮਕਲੀ ਗੋਸ਼ਟ ਜੋ ਸਿੱਧ ਗੋਸ਼ਟ ਹੈ ਬਾਣੀ, ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੋ ਜੋਗੀ ਨੂੰ ਮੁਖਾਤਬ ਹੋ ਕਰਕੇ ਕਹਿ ਰਹੇ ਹਨ ਕਿ ਦਰਸ਼ਨ ਭੇਖ ਕਰੋ ਜੋਗਿੰਦਰਾ, ਮੁੰਦਰਾ ਝੋਲੀ ਖਿੰਤਾ। ਨਾਨਕ ਆਖਦਾ ਹੈ ਕਿ ਜੋਗੀ ਨੇ ਕਿਹਾ ਹੈ, ਨਾਨਕ ਜੋਗੀਆਂ ਦਾ ਮਤ ਸਵੀਕਾਰ ਕਰੋ, ਮੁੰਦਰਾ ਝੋਲੀ ਤੇ ਗੋਦੜੀ ਪਹਿਨੋ। ਦੇਖੋ ਕਿੰਨੀ ਅਜੀਬ ਗੱਲ ਹੈ ਕਿ ਗੁਰੂ ਨਾਨਕ ਪਾਤਸ਼ਾਹ ਜਿਹੜੇ ਇਹ ਮੁੰਦਾ ਸੰਤੋਖ ਸਰਮਪਦ ਝੋਲੀ ਦੀ ਵੀ ਗੱਲ ਕਰਾਂਗੇ ਅਸੀਂ, ਜਿਹੜੀ ਉਹ ਗੱਲ ਕਰ ਰਹੇ ਨਾ ਉਹਨੂੰ ਜੋਗੀ ਕਹਿ ਰਹੇ ਹਨ ਸਿੱਧ ਗੋਸ਼ਟ ਦੇ ਅੰਦਰ ਕਿ ਤੁਸੀਂ ਵੀ ਇਹ ਮੁੰਦਰਾ ਪਾ ਲਓ ਤੇ ਗਲੇ ਦੇ ਵਿੱਚ ਝੋਲੀ ਪਾ ਲਓ ਤੇ ਗੋਦੜੀ ਪਹਿਨ ਲਵੋ ਤੇ ਤੁਸੀਂ ਵੀ ਸਾਡੇ ਭੇਖ ਨੂੰ ਧਾਰਨ ਕਰੋ। ਬਾਹਰ ਅੰਦਰ ਏਕ ਸਰੋਵਰ, ਖੜ ਦਰਸ਼ਨ ਇੱਕ ਪੰਥਾ। 6 ਭੇਖਾਂ ਵਿੱਚ ਇਹ ਜੋਗੀ ਪੰਥ ਹੈ, ਉਸ ਦੇ 12 ਫਿਰਕੇ ਹਨ, ਉਹਨਾਂ ਵਿੱਚ ਸਾਡੇ ਆਈ ਪੰਥ ਨੂੰ ਧਾਰਨ ਕਰੋ। ਇਹ ਜੋਗੀ ਨੇ ਕਿਹਾ ਸਾਨੂੰ। ਮੈਂ ਆਪ ਜੀ ਨਾਲ ਜਸਟ ਇਨਫੋਰਮੇਸ਼ਨ ਵਾਸਤੇ ਮੈਂ ਸਾਂਝਾ ਕਰਦਾ ਹਾਂ ਕਿ ਜੋਗੀਆਂ ਦੇ 12 ਪੰਥ ਹਨ। ਇੱਕ ਰਾਵਲ, ਹੇਤ ਪੰਥ, ਆਈ ਪੰਥ, ਗਮਯ ਪੰਥ, ਪਾਗਲ ਪੰਥ, ਗੋਪਾਲ ਪੰਥ, ਕੰਬੜੀ ਪੰਥ, ਬਨ ਪੰਥ, ਧਵਜ ਪੰਥ, ਢੋਲੀ ਚੋਲੀ ਦਾਸ ਪੰਥ। ਇਹ ਏਕ ਆਈ ਜੋ ਆਈ ਪੰਥ ਜਿਹੜਾ ਹੈ ਉਸ ਨੂੰ ਇਹ ਸਭ ਤੋਂ ਉੱਤਮ ਮੰਨਦੇ ਹਨ। ਇਹ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਆਈ ਪੰਥ ਨੂੰ ਤੂੰ ਉੱਚਾ ਸਮਝਦਾ ਹੈ, ਜੇ ਤੂੰ ਆਪਣੇ ਮਨ ਨੂੰ ਜਿੱਤ ਲਏਗਾ ਕਿ ਸਮਝ ਲਓ ਤੇਰੇ ਵਾਸਤੇ ਸਾਰੇ ਆਈ ਪੰਥ ਵਾਲੇ ਹੈਗੇ ਹਨ। ਤੋ 6 ਭੇਖਾਂ ਵਿੱਚੋਂ ਇੱਕ ਜੋਗੀ ਪੰਥ ਹੈ, ਉਸ ਦੇ 12 ਫਿਰਕੇ ਹਨ, ਉਹਨਾਂ ਵਿੱਚੋਂ ਸਾਡੇ ਆਈ ਪੰਥ ਨੂੰ ਧਾਰਨ ਕਰੋ। ਇਹ ਗੁਰੂ ਨਾਨਕ ਪਾਤਸ਼ਾਹ ਨੂੰ ਜੋਗੀ ਕਹਿ ਰਹੇ ਹਨ। ਇਨ ਬਿਦ ਮਨ ਸਮਝਾਈਏ ਪੁਰਖਾ, ਬਾਹੁਰ ਚੋਟ ਨਾ ਖਾਈਏ। हे ਪੁਰਖ, ਇਸ ਤਰ੍ਹਾਂ ਮਨ ਨੂੰ ਅਕਲ ਦਿੱਤੀ ਜਾ ਸਕਦੀ ਹੈ ਤੇ ਮੁੜ ਮਾਇਆ ਦੀ ਚੋਟ ਨਹੀਂ ਖਾਦੀ। ਪਰ ਗੁਰੂ ਨਾਨਕ ਪਾਤਸ਼ਾਹ ਕੀ ਜਵਾਬ ਦੇ ਰਹੇ ਹਨ? ਨਾਨਕ ਬੋਲੇ ਗੁਰਮੁਖ ਬੂਝੈ, ਜੋਗ ਜੁਗਤ ਇਮ ਪਾਈਏ। ਨਾਨਕ ਬੋਲੇ, ਗੁਰੂ ਨਾਨਕ ਸਾਹਿਬ ਇਹ ਕਹਿ ਰਹੇ ਹਨ ਕਿ ਗੁਰੂ ਦੇ ਸਨਮੁਖ ਹੋ ਕਰਕੇ ਆਪਣੀ ਸੁਰਤ ਨੂੰ ਗੁਰੂ ਨਾਲ ਜੋੜ ਤੇ ਗੁਰੂ ਦੇ ਦੱਸੇ ਰਸਤੇ ਦੇ ਮੁਤਾਬਕ ਆਪਣੀ ਸੁਰਤ ਨੂੰ ਉੱਚਾ ਕਰ। ਇਸ ਤਰੀਕੇ ਨਾਲ ਜੋਗ ਪਰਮਾਤਮਾ ਦੇ ਨਾਲ ਤੇਰੀ ਮਿਲਾਪ ਜਿਹੜਾ ਹੈ ਉਹ ਹੋ ਸਕਦਾ ਹੈ। ਫਿਰ ਕਹਿੰਦੇ ਨੇ ਵੀ ਜੋਗੀ ਜਿਵੇਂ ਕਹਿੰਦੇ ਐਸਾ ਜੋਗ ਕਮਾਓ। ਜੋਗੀ ਕਿਸ ਤਰੀਕੇ ਦਾ ਜੋਗ ਕਮਾਓ ਬਈ, ਕੀ ਤਰੀਕਾ ਹੈ? ਕਹਿੰਦੇ ਹਨ ਕਿ ਗੌੜੀ ਰਾਗ ਦੇ ਅੰਦਰ 5ਵੇਂ ਪਾਤਸ਼ਾਹ ਦਾ ਸ਼ਬਦ ਆਪ ਜੀ ਨਾਲ ਸਾਂਝਾ ਕਰ ਰਿਹਾ। ਜੋਗ ਜੁਗਤ ਸੁਣ ਆਇਓ ਗੁਰ ਤੇ, ਕਿ ਭਾਈ ਮੈਂ ਗੁਰੂ ਪਾਸੋਂ ਪੁੱਛਿਆ ਕਿ ਅਸਲ ਯੋਗ ਦਾ ਤਰੀਕਾ ਮੈਂ ਸੁਣ ਕੇ ਆਇਆ ਹਾਂ। ਗੁਰੂ ਸਾਹਿਬ ਨੂੰ ਪੁੱਛਿਆ ਤੇ ਮੈਨੂੰ ਕੀ ਗੁਰੂ ਸਾਹਿਬ ਨੇ ਦੱਸਿਆ ਕਿ ਐਸਾ ਜੋਗ ਕਮਾਓ। ਜੋਗੀ ਕੈਸਾ ਜੋਗੀ ਹੈ, ਕੀ ਜੁਗਤ ਕੀ ਹੈ ਉਸ ਦੀ? ਤੋ ਜੋਗ, ਇਹ ਭਾਈ ਗੁਰੂ ਪਾਸੋਂ ਅਸਲ ਯੋਗ ਦਾ ਤਰੀਕਾ ਸੁਣ ਕੇ ਆਇਆ ਹਾਂ ਤੇ ਮੈਂ ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ। ਮੋਕੋ ਸਤਿਗੁਰ ਸ਼ਬਦ ਬੁਝਾਇਓ, ਕਿ ਸਤਿਗੁਰੂ ਨੇ ਮੈਨੂੰ ਦੱਸਿਆ ਕਿ ਅਗਰ ਅਸਲੀ ਤੂੰ ਪਰਮਾਤਮਾ ਦੇ ਨਾਲ ਮਿਲਾਪ ਕਰਨਾ ਚਾਹੁੰਦਾ ਹੈ ਤਾਂ ਭਾਈ ਕੀ ਤਰੀਕਾ ਹੈ? ਮੈਨੂੰ ਸਤਿਗੁਰ ਦੇ ਸ਼ਬਦ ਨੇ ਪਰਮਾਤਮਾ ਦੇ ਮਿਲਾਪ ਦੀ ਜਾਚ ਸਮਝਾ ਦਿੱਤੀ ਤੇ ਮੈਂ ਇਸ ਯੋਗ ਹੋ ਗਿਆ ਕਿ ਮੈਂ ਹੁਣ ਅਸਲੀ ਜੋਗੀ ਹਾਂ। ਨੌਖੰਡ ਪ੍ਰਿਥਵੀ ਇਸ ਤਨ ਮੇ ਰਵਿਆ। ਹੋਰ ਕੀ ਗੱਲ ਸਮਝਾਈ ਸਤਿਗੁਰ ਨੇ ਮੈਨੂੰ ਕਿ ਮੈਂ ਪਲ ਪਲ ਉਸ ਪਰਮਾਤਮਾ ਨੂੰ ਨਮਸਕਾਰ ਕਰਦਾ ਰਹਿੰਦਾ ਹਾਂ ਜਿਹੜਾ ਮਨੁੱਖਾ ਸਰੀਰ ਦੇ ਵਿੱਚ ਹੀ ਮੌਜੂਦ ਹੈ। ਇਹੀ ਮੇਰੇ ਵਾਸਤੇ ਜੋਗੀਆਂ ਵਾਲਾ ਸਾਰੀ ਧਰਤੀ ਦਾ ਭ੍ਰਮਣ ਹੈ, ਸਾਰੀ ਧਰਤੀ ਦਾ ਰਟਨ ਹੈ। ਨੌਖੰਡ ਪ੍ਰਿਥਵੀ ਇਸ ਤਨ ਮੇ ਰਵਿਆ,
ਨਿਮਕ ਨਿਮਕ ਨਮਸਕਾਰਾ। ਮੈਂ ਨਿਮਕ ਨਿਮਕ ਹਰ ਪਲ ਹਰ ਵੇਲੇ ਹੀ ਅਣਦਿਨ ਉਸ ਪਰਮਾਤਮਾ ਦਾ ਹੀ ਸਿਮਰਨ ਕਰਦਾ ਰਹਿੰਦਾ ਹਾਂ। ਮੇਰੇ ਵਾਸਤੇ ਘਰ-ਬਾਰ ਛੱਡ ਕੇ ਬਾਹਰ ਜੰਗਲਾਂ ਬੀਆਬਾਨਾਂ ਵਿੱਚ ਧਰਤੀ ਦੇ ਉੱਪਰ ਘੁੰਮਣ ਵਾਸਤੇ ਰਿਟਰਨ ਕਰਨ ਦੀ ਮੈਨੂੰ ਲੋੜ ਨਹੀਂ ਹੈ। ਔਰ ਫਿਰ ਇਹ ਗੱਲ ਕਹੀ ਕਿ ਮੁੰਦਰਾ ਜੀ, ਮੁੰਦਰਾ ਮੋਹਣ ਦਇਆ ਕਰ ਚੋਲੀ। ਜਿੱਥੇ ਮੁੰਦਰਾ ਦੀ ਗੱਲ ਕੀਤੀ ਹੈ ਕਿ ਉਹ ਆਪਣੇ ਮਨ ਨੂੰ ਕੰਟਰੋਲ ਕਰਨਾ ਹੈ, ਮਨ ਨੂੰ ਸ਼ਾਂਤ ਕਰਨਾ ਹੈ, ਉਹਦੇ ਅੰਦਰ ਖਿਆਲ ਮਾਇਆ ਦੇ ਨਾ ਪੈਦਾ ਹੋਣ। ਤੋ ਇਹ ਕਹਿ ਰਹੇ ਨੇ ਦੀਖਿਆ ਗੁਰ ਕੀ ਮੁੰਦਰਾ ਕਾਨੀ, ਕਿ ਜਿਹੜੀਆਂ ਦੀਖਿਆ, ਜਿਹੜੀ ਗੁਰੂ ਦੀ ਦੀਕਸ਼ਾ ਹੈ, ਗੁਰੂ ਦਾ ਜਿਹੜਾ ਉਪਦੇਸ਼ ਹੈ, ਉਸ ਨੂੰ ਆਪਣੇ ਅੰਦਰ ਧਾਰਨ ਕਰ। ਇਹੀ ਤੇਰੇ ਵਾਸਤੇ ਕੰਨਾਂ 'ਚ ਮੁੰਦਰਾ ਪਾਣੀਆਂ ਹਨ। ਦ੍ਰਿੜਿਓ ਏਕ ਨਿਰੰਕਾਰਾ। ਔਰ ਉਸ ਪਰਮਾਤਮਾ ਦਾ ਨਾਮ ਜਿਹੜਾ ਹੈ, ਉਸ ਨੂੰ ਆਪਣੇ ਮਨ ਵਿੱਚ ਦ੍ਰਿੜ ਕਰਕੇ ਰੱਖ। ਪੰਜ ਚੇਲੇ ਮਿਲ ਪਏ ਇਕੱਤਰਾ, ਏਕਸ ਕੇ ਵਸ ਕੀਏ। ਇਹ ਭਾਈ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਮੇਰੇ ਪੰਜੇ ਗਿਆਨ ਇੰਦਰੇ। ਜੋਗੀ ਕੀ ਕਰਦਾ ਹੈ? ਉਹ ਗ੍ਰਸਤ ਇਸ ਕਰਕੇ ਤਿਆਗਦਾ ਹੈ ਕਿ ਗ੍ਰਸਤ ਦੇ ਵਿੱਚ ਉਹਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਾਲ ਲੜਨ ਦੀ ਉਹਦੇ ਅੰਦਰ ਸਮਰੱਥਾ ਨਹੀਂ ਹੈ। ਤੇ ਉਹ ਕਹਿੰਦਾ ਸਭ ਤੋਂ ਈਜ਼ੀ escape ਕੀ ਹੈ? ਕਿ ਘਰ ਹੀ ਛੱਡ ਕੇ ਚਲੇ ਜਾਓ, ਗ੍ਰਸਤੀ ਛੱਡ ਕੇ ਚਲੇ ਜਾਓ, ਜਨਾਨੀ ਛੱਡ ਕੇ ਚਲੇ ਜਾਓ, ਬੱਚੇ ਛੱਡ ਕੇ ਚਲੇ ਜਾਓ, ਧਨ ਦੌਲਤ ਛੱਡ ਕੇ ਚਲੇ ਜਾਓ। ਪਰ ਇੱਥੇ ਕੀ ਸਾਨੂੰ ਸਤਿਗੁਰੂ ਸਮਝਾ ਰਹੇ ਹਨ ਕਿ ਪੰਜ ਚੇਲੇ ਮਿਲ ਪਏ ਇਕੱਤਰਾ, ਏਕਸ ਕੇ ਵਸ ਕੀਏ। ਕਿ ਇਹ ਭਾਈ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਮੇਰੇ ਪੰਜੇ ਗਿਆਨ ਇੰਦਰੇ ਦੁਨੀਆ ਦੇ ਪਦਾਰਥਾਂ ਵੱਲੋਂ ਭਟਕਣ ਦੇ ਥਾਂ ਮਿਲ ਕੇ ਇਕੱਠੇ ਹੋ ਗਏ ਹਨ, ਭਟਕਣੇ ਹਟ ਗਏ ਹਨ। ਇਹ ਸਾਰੇ ਇੱਕ ਉੱਚੀ ਸੁਰਤ ਦੇ ਅਧੀਨ ਹੋ ਗਏ ਹਨ। ਕਿ ਮੇਰੇ ਹੁਣ ਇਹ ਜਿਹੜੇ ਮੇਰੇ ਪੰਜ ਪੰਜ ਗਿਆਨ ਇੰਦਰੇ ਸਨ, ਜਿਹੜੇ ਬਾਹਰ ਇੱਧਰ ਉੱਧਰ ਭਟਕਦੇ ਸਨ, ਉਹ ਕਰਮ ਇੰਦਰੇ ਜਿਹੜੇ ਮੇਰੇ ਵਸ ਵਿੱਚ ਨਹੀਂ ਸਨ। ਮੇਰੀ ਅੱਖਾਂ ਨੂੰ ਮੈਂ ਰੋਕਦਾ ਸਾਂ ਤੇ ਅੱਖਾਂ ਭੈੜੇ ਪਾਸੇ ਜਾਂਦੀਆਂ ਸਨ। ਨੈਣੋ ਨੀਂਦ ਪਰ ਦ੍ਰਿਸ਼ ਵਿਕਾਰ, ਸ਼੍ਰਵਣ ਸੋਏ ਸੁਨ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ में कोई जागत रहे, ਸਾਬਤ ਵਸਤੂ ਆਪਣੀ ਲਹੇ। ਤੋ ਇਸ ਗੁਰੂ ਦੀ ਬਰਕਤ ਨਾਲ ਹੋਇਆ ਕਿ ਮਹਾਰਾਜ ਨੇ ਐਸਾ ਅਚਰਜ ਕੀਤਾ, ਐਸੀ ਬਰਕਤ ਕੀਤੀ ਕਿ ਅੰਤਰ ਗੁਰੂ ਆਰਾਧਨਾ, ਜੇਵਾ ਜਪ ਗੁਰ ਨਾਮ, ਨੇਤਰੀ ਸਤਗੁਰ ਪੇਖਣਾ, ਸ਼੍ਰਵਣੀ ਸੁਨਣਾ ਗੁਰ ਨਾਮ, ਸਤਗੁਰ ਸੇਤੀ ਰਤਿਆਂ ਦਰਗਾ ਪਾਈਏ ਠਾਉ। ਕਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵਤ ਦੇ, ਜਗ ਮੈਂ ਉੱਤਮ ਕਾਂਢੀਏ ਵਿਰਲੇ ਕਈ ਕੇ। ਤੇ ਇਹ ਪੰਜ ਦੂਤ ਜਿਹੜੇ ਮੈਨੂੰ ਬੜੇ ਸਤਾਉਂਦੇ ਸਨ, ਉਹ ਹੁਣ ਮੇਰੇ ਹੀ ਮਿੱਤਰ ਬਣ ਗਏ ਨੇ, ਉਹ ਹੁਣ ਮੇਰੇ ਸਹਿਯੋਗੀ ਬਣ ਗਏ ਹਨ। ਤੇ ਪੰਜ ਤਤ ਮਿਲ ਪਏ ਇਕੱਤਰਾ, ਇਕਸ ਕੇ ਵਸ ਕੀਏ। ਉਹ ਹੁਣ ਮੇਰੇ ਉੱਚੀ ਸੁਰਤ ਦੇ ਅਧੀਨ ਹੋ ਗਏ ਹਨ। ਉਹ ਹੁਣ ਮੇਰੇ ਮਨ ਦੇ ਕਹੇ ਅਨੁਸਾਰ ਚਲਦੇ ਹਨ। 10 ਬੈਰਾਗਨ ਆਗਿਆਕਾਰੀ, ਤਬ ਨਿਰਮਲ ਜੋਗੀ ਥੀਏ। ਪਰ ਗੁਰੂ ਦੇ ਉਪਦੇਸ਼ ਦੀ ਰਾਹੀਂ ਜਦੋਂ ਵਿਕਾਰਾਂ ਵੱਲੋਂ ਮੈਂ ਉਪਰਾਮ ਹੋ ਕੇ ਮੇਰੇ ਦੱਸੇ ਇੰਦਰੀਆਂ, ਕਰਮ ਤੇ ਕਰਮ ਇੰਦਰੇ ਤੇ ਗਿਆਨ ਇੰਦਰੇ ਉੱਚੀ ਮਤ ਦੀ ਆਗਿਆ ਵਿੱਚ ਤੁਰਨ ਲੱਗ ਪਏ, ਤੇ ਫਿਰ ਕੀ ਚੇਂਜ ਕੀ ਹੋਇਆ? ਮੈਂ ਪਵਿੱਤਰ ਜੀਵਨ ਵਾਲਾ ਜੋਗੀ ਬਣ ਗਿਆ। ਐਸਾ ਜੋਗ ਕਮਾਓ ਜੋਗੀ, ਜਪ ਤਪ ਸੰਜਮ ਗੁਰਮੁਖ ਭੋਗੀ। ਭਾਈ ਹੁਣ ਮੇਰਾ ਜੀਵਨ ਪਵਿੱਤਰ ਹੋ ਗਿਆ ਹੈ। ਮੇਰੇ ਗਿਆਨ ਔਰ ਕਰਮ ਇੰਦਰੇ ਮੇਰੇ ਕਹੇ ਅਨੁਸਾਰ ਚੱਲਣ ਲੱਗ ਪਏ ਹਨ। ਤੋ ਇਸ ਕਰਕੇ ਮੇਰੇ ਵਾਸਤੇ ਇਹੀ ਜਪ ਹੈ, ਇਹੀ ਤਪ ਹੈ, ਇਹੀ ਸੰਜਮ ਹੈ। ਭਾਈ ਨਾ ਮੈਨੂੰ ਜਪਾਂ ਦੀ ਲੜੀ ਚਲਾਉਣ ਦੀ ਲੋੜ ਹੈ, ਨਾ ਮੈਨੂੰ ਤਪ ਸਾਧਨ ਦੀ ਲੋੜ ਹੈ, ਤੇ ਨਾ ਮੈਨੂੰ ਕੋਈ ਸੰਜਮ ਕਰਨ ਦੀ ਲੋੜ ਹੈ। ਮੈਂ ਗ੍ਰਸਥ ਦੇ ਵਿੱਚ ਰਹਿ ਕਰਕੇ ਹੀ ਅੰਜਨ ਮਾਇ ਨਿਰੰਜਨ ਰਹੀਏ, ਜੋਗ ਜੁਗਤ ਪਾਈਏ ਦੀ ਅਵਸਥਾ ਮੈਂ ਪ੍ਰਾਪਤ ਕਰ ਲਈ ਹੈ। ਤੋ ਇੱਕ ਗੱਲ ਹੋਰ ਸਮਝਾ ਰਹੇ ਹਨ ਸਾਨੂੰ ਰਾਮਕਲੀ ਰਾਗ ਦੇ ਅੰਦਰ ਹੀ ਪਹਿਲੇ ਪਾਤਸ਼ਾਹ, ਮੁਦਰਾ ਫਟਕ ਬਣਾਏ ਕਾਣ, ਕਿ ਤੂੰ ਕੱਚ ਦੀਆਂ ਮੁਦਰਾ ਬਣਾਈ ਹੋਈ ਹੈ, ਹਰੇਕ ਕੰਨ ਵਿੱਚ ਪਾਈ ਹੋਈ ਹੈ। ਮੁਕਤ ਨਹੀਂ ਵਿਦਿਆ ਅਗਿਆਨ, ਪਰ ਆਤਮਕ ਵਿਦਿਆ ਦੀ ਸੂਝ ਤੋਂ ਬਿਨਾ ਅੰਦਰ ਵਸਦੇ ਮਾਇਆ ਦੇ ਮੋਹ ਤੋਂ ਖਲਾਸੀ ਨਹੀਂ ਤੇਰੀ ਹੋਈ। ਤੂੰ ਬਾਹਰ ਮੁਦਰਾ ਤੇ ਪਾ ਲੀਆਂ, ਪਤਾ ਲੱਗਣ ਲੱਗ ਪਿਆ ਵੀ ਇਹ ਜੋਗੀ ਜੀ ਆ ਰਹੇ ਹਨ, ਲੇਕਿਨ ਮਨ ਜਿਹੜਾ ਹੈ ਉਹ ਚੰਚਲ ਹੈ। ਮਨ ਵਸ ਆਂਦਾ ਨਹੀਂ ਵਿੱਚ। ਤੇ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਤੇ ਗੁਰੂ ਦੀ ਕਿਰਪਾ ਤੇ ਤੂੰ ਲਈ ਨਹੀਂ, ਪ੍ਰਭੂ ਦੇ ਨਾਲ ਤੂੰ ਸੁਰਤ ਜੁੜੀ ਨਹੀਂ ਹੈ। ਤੇ ਇਹ ਕੱਚ ਦੀਆਂ ਮੁੰਦਰਾ ਪਾਉਣ ਦੇ ਨਾਲ, ਫਟਕ ਤੋਂ ਭਾਵ ਹੈ ਕੱਚ, ਇਹਦੀਆਂ ਮੁੰਦਰਾ ਪਾਉਣ ਨਾਲ ਕੀ ਫਾਇਦਾ? ਕੋਈ ਫਾਇਦਾ ਨਹੀਂ। ਮੁਕਤ ਨਹੀਂ ਵਿਦਿਆ ਵਿਗਿਆਨ, ਪਰ ਆਤਮਕ ਵਿਦਿਆ ਦੀ ਸੂਝ ਤੋਂ ਬਿਨਾ ਅੰਦਰ ਵਸਦੇ ਹੋਏ ਮੋਹ ਤੋਂ ਖਲਾਸੀ ਨਹੀਂ ਹੋ ਸਕਦੀ। ਵਿਗਿਆਨ ਤੋਂ ਭਾਵ ਹੈ ਗਿਆਨਹੀਨਤਾ। ਜੇਵਾ ਇੰਦਰੀ ਸਾਧ ਲੋਬਾਨਾ, ਉਹ ਹੈ ਕਿ ਇਹਨਾਂ ਨੂੰ ਮੁੰਦਰਾ ਵੀ ਪਾਈਆਂ ਹੋਈਆਂ ਨੇ, ਝੋਲੀ ਵੀ ਪਾਈ ਹੋਈ ਹੈ, ਕੱਪੜ ਵੀ ਸੋਹਣਾ ਫੜਿਆ ਹੋਇਆ ਹੈ, ਖਿੰਥਾ ਵੀ ਹੈ, ਸਾਰਾ ਅਟਾਇਰ ਹੈ, ਆਪਣੇ ਕੋਲ ਵਿਭੂਤ ਵੀ ਲਗਾਈ ਹੋਈ ਹੈ,
ਸਿੰਗੀ ਵੀ ਵਜਾ ਰਿਹਾ ਹੈ, ਕਿੰਗਰੀ ਵੀ ਵੱਜ ਰਹੀ ਹੈ, ਤੀਰਥਾਂ ਦੇ ਭ੍ਰਮਣ ਵੀ ਕਰ ਰਿਹਾ ਹੈ, ਲੇਕਿਨ ਮਨ ਵਸ ਵਿੱਚ ਨਹੀਂ ਹੈ। ਮਨ ਹਾਲੇ ਵੀ ਭਟਕ ਭਟਕ ਰਿਹਾ ਹੈ। ਔਰ ਜੇਵਾ ਇੰਦਰੀ ਸਾਧ ਲੁਭਾਨਾ, ਜਿਹੜਾ ਮਨੁੱਖ ਜੀਵ ਤੇ ਇੰਦਰੀ ਦੇ ਚਸਕੇ ਵਿੱਚ ਆਇਆ ਹੋਇਆ ਹੈ, ਉਹ ਵੇਖਣ ਨੂੰ ਤਾਂ ਮਨੁੱਖ ਹੈ, ਲੇਕਿਨ ਪਸ਼ੂ ਭਏ ਨਹੀਂ ਮਿਟੇ ਨਿਸ਼ਾਨਾ। ਤੇ ਉਹ ਅਸਲ ਦੇ ਵਿੱਚ ਪਸ਼ੂ ਹੈ। ਉਹਦੇ ਜਿਹੜਾ ਮਨ ਦੇ ਵਿੱਚ ਕੋਈ ਵੀ ਜੀਵਨ ਦੇ ਅੰਦਰ ਉਚਾਈ ਨਹੀਂ ਆਈ ਹੈ। ਤੋ ਇਸ ਤਰੀਕੇ ਦੀ ਵਿਚਾਰ ਆਪ ਜੀ ਨਾਲ ਮੈਂ ਸਾਂਝੀ ਕੀਤੀ ਹੈ। ਤੋ ਟੇਕ ਹੋਮ ਦੇ ਮੈਸੇਜ ਦੇ ਹਿਸਾਬ ਨਾਲ ਅਸੀਂ ਇਸ ਸ਼ਬਦ ਨੂੰ ਦੇਖੀਏ ਇੱਕ ਵਾਰੀ ਫੇਰ, ਕਿ ਰਹਾਉ ਦੀ ਪੰਕਤੀ ਵਿੱਚ ਸਤਿਗੁਰ ਫਰਮਾ ਰਹੇ ਹਨ ਕਿ ਐਸਾ ਜੋਗ ਕਮਾਓ ਜੋਗੀ, ਭਾਵ ਇਸ ਤਰੀਕੇ ਦਾ ਜੋਗੀ, ਤੂੰ ਆਪਣਾ ਜੋਗ ਕਮਾ, ਆਪਣੀ ਸੁਰਤੀ ਨੂੰ ਗੁਰੂ ਦੇ ਦੱਸੇ ਤਰੀਕੇ ਦੇ ਨਾਲ ਉੱਪਰ ਚੁੱਕ, ਵਿਸ਼ੇ ਵਿਕਾਰਾਂ ਤੋਂ ਆਪਣੀ ਬਿਰਤੀ ਨੂੰ ਉੱਪਰ ਲਿਜਾ, ਔਰ ਗ੍ਰਸਥ ਵਿੱਚ ਰਹਿ। ਗ੍ਰਸਥ ਨੂੰ ਛੱਡਣ ਦੀ ਲੋੜ ਨਹੀਂ ਹੈ। ਜੇ ਤੂੰ ਗ੍ਰਸਥ ਵਿੱਚ ਰਹੇਗਾ ਤੇ ਤੈਨੂੰ ਜਪ ਤਪ ਸੰਜਮ, ਇਹ ਕਠਨ ਤਪ, ਕਠਨ ਸੰਜਮ, ਕਠਨ ਜਪ ਕਰਨ ਦੀ ਤੈਨੂੰ ਲੋੜ ਨਹੀਂ ਹੈ। ਤੇ ਮੁੰਦਰਾ ਤੂੰ ਵਾਸਤੇ ਆਪਣੇ ਮਨ ਨੂੰ ਸ਼ਾਂਤ ਕਰ ਤੇ ਦਇਆ ਪੈਦਾ ਕਰ, ਇਹੀ ਤੇਰੇ ਵਾਸਤੇ ਝੋਲੀ ਹੈ। ਤੇ ਪੱਤਰਕਾ ਕਰੋ ਵਿਚਾਰ, ਕਿ ਵਿਚਾਰ ਜਿਹੜੀ ਹੈ ਉਹ ਪ੍ਰਭੂ ਦੇ, ਗੁਰੂ ਦੇ ਸ਼ਬਦਾਂ ਦੀ, ਗੁਰੂ ਦੇ ਗਿਆਨ ਦੀ, ਉਹਨੂੰ ਆਪਣੇ ਅੰਦਰ ਧਾਰਨ ਕਰ, ਇਹੀ ਤੇਰੇ ਵਾਸਤੇ ਸੋਹਣਾ ਖੱਪਰ ਹੈ। ਖਿੰਤਾ ਇਹ ਤਨ ਸੀਓ ਆਪਣਾ। ਖਿੰਤਾ ਕੀ ਹੈ? ਕਿ ਇਸ ਤਨ ਨੂੰ ਪ੍ਰਭੂ ਦੇ ਨਾਲ, ਸੁਰ ਦੇ ਨਾਲ ਜੋੜ ਲੈ ਆਪਣੇ ਨੂੰ। ਨਾਮ ਕਰੋ ਆਧਾਰ ਹੈ, ਤੇ ਪ੍ਰਮਾਤਮਾ ਦਾ ਨਾਮ ਜਿਹੜਾ ਹੈ, ਇਸ ਨੂੰ ਆਪਣੇ ਅੰਦਰ ਜੋ ਆਧਾਰ ਬਣਾ, ਤੇ ਬੁੱਧ ਵਿਭੂਤ, ਬੁੱਧ ਵਿਭੂਤ ਚੜਾਵੋ ਆਪਣੀ, ਆਪਣੀ ਬੁੱਧੀ ਨੂੰ ਉੱਪਰ ਪ੍ਰਮਾਤਮਾ ਦੇ ਨਾਲ ਜੋੜਨਾ, ਇਹੀ ਤੇਰੇ ਵਾਸਤੇ ਵਿਭੂਤੀ ਹੈ। ਸਿੰਘੀ ਸੁਰਤ ਮਿਲਾਈ, ਕਿ ਸਿੰਘੀ ਜਿਹੜੀ ਸੁਰਤ ਪ੍ਰਭੂ ਨਾਲ ਮਿਲ ਗਈ ਹੈ, ਇਹਦੇ ਨਾਲ ਇੱਕ ਰਸ ਜਿਹੜਾ ਤੇਰੇ ਅੰਦਰ ਆਨੰਦ ਪ੍ਰਾਪਤ ਹੋਇਆ ਹੈ, ਇਹ ਸਮਝ ਲਓ ਤੇਰੀ ਸਿੰਘੀ ਵੱਜਦੀ ਹੈ। ਇਹੀ ਤੇਰੇ ਅੰਦਰ ਅਨਾਦ ਅਨਾਦ ਵੱਜਦਾ ਹੈ। ਕਰ ਬੈਰਾਗ ਫਿਰੋਂ ਤਨ ਨਗਰੀ, ਜੋ ਬੈਰਾਗ ਭਾਵ ਉਪਰਾਮ, ਆਪਣੇ ਮਨ ਨੂੰ ਮਾਇਆ ਵੱਲੋਂ ਉਪਰਾਮ ਕਰ, ਔਰ ਇਹ ਆਪਣੇ ਮਨ ਦੇ ਅੰਦਰ ਖੋਜ, ਦਿਲ ਮੇ ਖੋਜ, ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਇਹਦੇ ਅੰਦਰ ਹੀ ਪਰਮਾਤਮਾ ਵਸ ਰਿਹਾ ਹੈ। ਇਸ ਕਰਕੇ ਉਹਦੇ ਨਾਲ ਜੁੜਨ ਦੀ ਲੋੜ ਹੈ। ਮਨ ਕੀ ਕਿੰਗਰੀ ਵਜਾਈ, ਮਨ ਦੀ ਫਿਰ ਕਿੰਗਰੀ ਜਿਹੜੀ ਹੈ ਉਹ ਆਪਣੇ ਵਜੇਗੀ। ਭਾਵ ਮਨ ਜਦੋਂ ਪ੍ਰਫੁੱਲਿਤ ਹੋਏਗਾ, ਮਨ ਪ੍ਰਭੂ ਚਰਨ ਨਾਲ ਜੁੜੇਗਾ, ਤੇ ਪੰਜ ਤੱਤ ਲੈ, ਪੰਜ ਤੱਤ ਭਾਵ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਰੱਖ, ਟਿਕਾ ਕੇ ਰੱਖ, ਯਾਦ ਰੱਖ, ਉਹਦੀ ਰਹੇ ਨਿਰਾਲਮ ਤਾੜੀ। ਇਉਂ ਤੇਰੀ ਜਿਹੜੀ ਸੁਰਤ ਹੈ ਉਹ ਪਰਮਾਤਮਾ ਦੇ ਨਾਲ ਬਿਨਾਂ ਵਜਾਏ, ਬਿਨਾਂ ਲਗਾਏ ਲੱਗੀ ਰਹੇਗੀ। ਅਠੇ ਪੈਰ, ਆਠ ਪੈਰ ਪ੍ਰਭ ਸਦਾ ਹਜੂਰੇ, ਕਹੋ ਨਾਨਕ ਸੇ ਜਨ ਪੂਰੇ। ਉਹ ਅਠੇ ਪੈਰ ਆਨ ਦਿਨ ਪਰਮਾਤਮਾ ਦੇ ਨਾਲ ਜਿਹੜਾ ਹੈ ਜੁੜੀ ਰਹੇਗਾ ਸੁਰਤ। ਕਹੋ ਕਹਿਤ ਕਬੀਰ ਸੁਨੋ ਰੇ ਸੰਤੋ, ਹੇ ਗੁਰਮੁਖੋ, ਇਹ ਜਾਣੋ, ਇਹ ਸੁਣੋ, ਇਹ ਜੋਗੀ ਤੁਸੀਂ ਵੀ ਸੁਣੋ, ਧਰਮ ਦਇਆ ਕਰ ਬਾੜੀ। ਇਹ ਸੋਹਣੀ ਜਿਹੜੀ ਬਗੀਚੀ ਬਣਾ ਆਪਣੇ ਮਨ ਦੇ ਅੰਦਰ, ਇਸ ਸਰੀਰ ਦੇ ਅੰਦਰ, ਇਸ ਤਨ ਦੇ ਅੰਦਰ, ਕਿ ਤੇਰੇ ਅੰਦਰੋਂ ਦਇਆ ਔਰ ਧਰਮ ਜਿਹੜਾ ਹੈ ਉਹ ਫੁੱਟ ਫੁੱਟ ਕੇ ਪੈਣ, ਉਹਦੇ ਖੁਸ਼ਬੂ ਨਿਕਲੇ। ਐਸਾ ਸੋਹਣਾ ਗੁਲਦਸਤਾ ਤੂੰ ਆਪਣੇ ਜੀਵਨ ਦਾ ਬਣਾ। ਤੋ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਦੀ ਆਪ ਪਾਸੋਂ ਇੱਕ ਵਾਰੀ ਫਿਰ ਖਿਮਾ ਮੰਗਦਾ ਹਾਂ। ਆਓ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।